ਵਾਹਿਗੁਰੂ 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 ਵਾਹਿਗੁਰੂ। ਗੁਰੂ ਜੀ ਦੀ ਸਾਜੀ ਨਵਾਜੀ, ਗੁਰੂ ਰੂਪ ਗੁਰੂ ਪਿਆਰੀ ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰਮੁਖ ਪਿਆਰਿਓ, ਜੋ ਆਪਾਂ ਨੂੰ ਗੁਰਬਾਣੀ ਗੁਰੂ ਵਿੱਚ ਗੁਰੂ ਸਾਹਿਬਾਨਾਂ ਨੇ, ਭਗਤਾਂ ਨੇ, ਗੁਰਸਿੱਖਾਂ ਨੇ, ਸਤਿਗੁਰੂ ਗੁਰੂ ਨਾਨਕ ਪਾਤਸ਼ਾਹ ਨੇ ਉਪਦੇਸ਼ ਦਿੱਤੇ। ਸਾਨੂੰ ਸਤਿਗੁਰੂ ਸਮਝਾਉਂਦੇ ਬਈ ਅਸੀਂ ਇਸ ਸੰਸਾਰ ਨੂੰ ਦੇਖੀਏ ਬੜਾ ਨੇੜਿਓਂ, ਬਈ ਇਹ ਸੰਸਾਰ ਦੇ ਵਿੱਚ ਕੋਈ ਵੀ ਜੀਵ ਐਸਾ ਨਹੀਂ ਵੀ ਜਿਹੜਾ ਸਾਡਾ ਪੱਕਾ ਸੰਗੀ ਸਾਥੀ ਬਣ ਸਕੇ। ਵੀ ਹਰ ਇੱਕ ਇੱਥੇ ਜਿਹੜੀ ਚੀਜ਼ ਉਹ ਨਾਸਵਾਨ ਮਿਥਿਆ ਹੋਇਆ ਤਨ ਵੀ। ਹੁਣ ਇੱਥੇ ਕੋਈ ਵੀ ਚੀਜ਼ ਸਦਾ ਥਿਰ ਰਹਿਣ ਵਾਲੀ ਨਹੀਂ। ਜੇ ਥਿਰ ਹੈ ਤੇ ਉਹ ਹੈ ਨਾਮ, ਪਰਮਾਤਮਾ ਦੀ ਭਗਤੀ। ਸਾਡੇ ਮਨ ਨੂੰ ਫਿਰ ਸਮਝਾਉਂਦੇ ਵੀ ਤੂੰ ਮਾਲਕ ਨੂੰ, ਹਰੀ ਦੀ ਭਗਤੀ ਨੂੰ ਹਰ ਦੇ ਵਿੱਚ ਵਸਾ। ਮਾਰੇ ਫਰਮਾਉਂਦੇ ਨਿਜ ਕਰ ਦੇਖਿਓ, ਜਗਤ ਮੈਂ ਕੋ ਕਾਹੂ ਕੋ ਨਾਹੀਂ। ਨਾਨਕ ਥਿਰ ਹਰ ਭਗਤ ਹੈ, ਤੈ ਰਾਖੋ ਮਨ ਮਾਹੀ।
ਬਈ ਇੱਥੇ ਕੋਈ ਵੀ ਸਦਾ ਥਿਰ ਰਹਿਣ ਵਾਲਾ ਨਹੀਂ, ਕੋਈ ਵੀ ਸੰਗੀ ਸਾਥੀ ਨਹੀਂ ਬਣਨ ਵਾਲਾ ਜਿਹੜਾ ਸਦਾ ਸਾਡੇ ਨਾਲ ਨਿਭਾਵੇ ਅੱਗੇ ਤੱਕ। ਸਿਰਫ ਜੇ ਥਿਰ ਹੈ ਉਹ ਹੈ ਪਰਮਾਤਮਾ ਦੀ ਭਗਤੀ। ਹੁਣ ਆਪਾਂ ਨੂੰ ਫਿਰ ਸਮਝਾਉਂਦੇ ਵੀ ਜੇ ਅਸੀਂ ਭਗਤੀ ਕਰਾਂਗੇ, ਜੇ ਅਸੀਂ ਮਾਲਕ ਦੇ ਨਾਲ ਜੁੜਾਂਗੇ ਨਾਮ ਦੇ ਨਾਲ, ਤੇ ਸਾਡਾ ਮਨ ਵੀ ਥਿਰ ਹੋ ਜਾਏਗਾ। ਨਹੀਂ ਤਾਂ ਇਹ ਸੰਸਾਰ ਦੇ ਮਾਰਗ ਤੇ ਕੋਈ ਵੀ ਵਸਤੂ ਇੱਥੇ ਥਿਰ ਰਹਿਣ ਵਾਲੀ ਹੈ ਨਹੀਂ। ਮਾਰੇ ਫਰਮਾਉਂਦੇ ਮਾਰਗ ਸੰਸਾਰ ਕੋ, ਨਾਨਕ ਥਿਰ ਨਹੀਂ ਕੋਈ। ਬਈ ਇਹ ਜਿਹੜਾ ਮਾਰਗ ਧਾਰ ਦਾ, ਇਹਦੇ ਤੇ ਚੱਲਦਾ ਹੋਇਆ ਸਾਡਾ ਮਨ ਥਿਰ ਨਹੀਂ ਰਹਿੰਦਾ, ਇਹ ਟਿਕਦਾ ਨਹੀਂ, ਭੱਜਾ ਫਿਰਦਾ। ਹੁਣ ਜੇ ਅਸੀਂ ਚਾਹੁੰਦੇ ਹਾਂ ਵੀ ਸਾਡਾ ਮਨ ਟਿਕ ਜੇ, ਸਾਡੇ ਮਨ ਨੂੰ ਆਰਾਮ ਮਿਲੇ, ਸਾਡੇ ਮਨ ਨੂੰ ਵਿਸ਼ਰਾਮ ਮਿਲੇ, ਉਹ ਫਿਰ ਵਿਸ਼ਰਾਮ ਭਗਤੀ ਕਰਕੇ ਹੀ ਸਾਡੇ ਮਨ ਨੂੰ ਮਿਲਦਾ, ਸਾਡਾ ਮਨ ਫਿਰ ਥਿਰ ਹੁੰਦਾ। ਭਾਈਆਂ ਮਾਰੇ ਸਾਨੂੰ ਸਮਝਾਉਂਦੇ, ਕਹਿੰਦੇ ਸੁਖ ਮਨੀ ਸੁਖ ਅੰਮ੍ਰਿਤ ਪ੍ਰਭ ਨਾਮ, ਭਗਤ ਜਨਾ ਕੇ ਮਨ ਵਿਸਰਾਮ। ਬਈ ਸੁੱਖਾਂ ਦੀ ਮਣੀ ਹੈ ਨਾਮ, ਤੇ ਭਗਤ ਉਹਦੇ ਨਾਲ ਜੁੜ ਕੇ ਉਹਨਾਂ ਦਾ ਮਨ ਵਿਸ਼ਰਾਮ ਕਰਦਾ, ਆਨੰਦ ਅਵਸਥਾ ਦੇ ਵਿੱਚ ਉਹਨਾਂ ਦਾ ਮਨ ਥਿਰ ਹੋ ਜਾਂਦਾ। ਹੁਣ ਇਸੇ ਥਿਰ ਸਿਰਫ ਮਾਲਕ ਹੈ, ਸੱਚ ਤੇ ਨਾਮ ਹੈ। ਬਾਕੀ ਹੋਰ ਸਾਰਾ ਕੁਛ ਇੱਧਰ ਚੱਕਰ ਤੇ ਸਾਰਾ ਕੁਝ ਚੱਲ ਰਿਹਾ, ਘੁੰਮ ਰਿਹਾ। ਹੁਣ ਜੇ ਅਸੀਂ ਨਾਮ ਦੇ ਨਾਲ ਜੁੜ ਜਾਵਾਂਗੇ ਤੇ ਸਾਡਾ ਇਹ ਚੱਕਰ ਖਤਮ ਹੋ ਜਾਏਗਾ ਆਵਾਗਮਨ। ਜੇ ਹੁਣ ਅਸੀਂ ਨਾਮ ਦੇ ਨਾਲ ਨਹੀਂ ਜੁੜਾਂਗੇ, ਨਾਮ ਨੂੰ ਭੁੱਲੇ ਰਹੇ, ਤੇ ਅਸੀਂ ਫੇਰ ਚੱਕਰ ਤੇ ਚੱਲੇ ਰਵਾਂਗੇ, ਸਫ਼ਰ ਤੇ ਗਾਂਹ ਦੀ ਗਾਂਹ ਫੇਰ ਅੱਗੇ ਦੀ ਅੱਗੇ ਆਕਾਰਾਂ ਦੇ ਵਿੱਚ ਤੁਰੇ ਜਾਵਾਂਗੇ। ਇਸ ਲਈ ਮਾਰੇ ਫਰਮਾਉਂਦੇ ਵੀ ਜੇ ਅਸੀਂ ਹੁਣ ਨਾਮ ਨੂੰ ਭੁੱਲੇ ਬੈਠੇ, ਜੇ ਅਸੀਂ ਭਗਤੀ ਨੂੰ ਵਿਸਾਰੀ ਬੈਠੇ, ਫਿਰ ਸਾਡਾ ਜਿਹੜਾ ਆਉਣ ਜਾਣ ਬਣਿਆ ਹੀ ਰਹਿਣਾ। ਫਰਮਾਉਂਦੇ ਨੇ ਨਾਨਕ ਨਾਮ ਵਸਾਰਿਆਂ, ਆਵਣ ਜਾਣਾ ਦੋਈ। ਬਈ ਦੋਨੇ ਹੀ ਸਾਡਾ ਆਉਣਾ ਵੀ ਤੇ ਸਾਡਾ ਜਾਣਾ ਵੀ, ਇਹ ਦੋਨੇ ਬਣੇ ਰਹਿਣਗੇ ਨਾਮ ਨੂੰ ਵਿਸਾਰ ਕੇ, ਭਗਤੀ ਨੂੰ ਵਿਸਾਰ ਕੇ। ਹੁਣ ਭਗਤੀ ਕੀ ਹੈ ਤੇ ਕਿਵੇਂ ਕਰਨੀ ਅਸੀਂ? ਭਗਤੀ ਸਾਡੀ ਕਿੱਥੋਂ ਸ਼ੁਰੂ ਹੁੰਦੀ, ਭਗਤੀ ਕੀ ਹੈ, ਉਹਦੇ ਬਾਰੇ ਫਿਰ ਸਤਿਗੁਰੂ ਸਾਨੂੰ ਭੇਦ ਦਿੰਦੇ। ਮਾਰੇ ਦੱਸਦੇ ਵੀ ਭਗਤੀ ਹੈ ਇਹ ਪ੍ਰੇਮਾ ਭਗਤੀ, ਹਰ ਭਗਤ ਹਰ ਕਾ ਪਿਆਰ ਹੈ। ਬਈ ਪਰਮਾਤਮਾ ਦੀ ਪ੍ਰੀਤ, ਉਹਦੇ ਚਰਨਾਂ ਦੀ ਪ੍ਰੀਤ ਹੈ ਭਗਤੀ। ਨਾਮ ਦੇ ਨਾਲ ਜੁੜਨਾ, ਸ਼ਬਦ ਗੁਰੂ ਨਾਲ ਜੁੜਨਾ। ਸ਼ਬਦ ਗੁਰੂ ਦੇ ਨਾਲ ਜਦੋਂ ਅਸੀਂ ਜੁੜ ਗਏ, ਸਾਡੀ ਟੁੱਟੀ ਹੋਈ ਗੰਢੀ ਗਈ, ਇਹਨੂੰ ਕਹਿੰਦੇ ਭਗਤੀ। ਤੇ ਇਹ ਭਗਤੀ ਵਿਰਲਿਆਂ ਦੇ ਹਿੱਸੇ ਆਉਂਦੀ, ਵਿਰਲੇ ਕੋਈ ਗੁਰਮੁਖ ਕਰਦੇ। ਮਾਰੇ ਫਰਮਾਉਂਦੇ ਗੁਰ ਸੇਵਾ ਗੁਰ ਭਗਤ ਹੈ, ਬਿਰਲਾ ਪਾਵੇ ਕੋਈ। ਬਈ ਕੋਈ ਵਿਰਲਾ ਹੀ ਹੈ ਜਿਹੜੇ ਫਿਰ ਭਗਤੀ ਕਰਦੇ, ਗੁਰੂ ਦੀ ਸੇਵਾ ਕਰਦੇ। ਹੁਣ ਜਦੋਂ ਅਸੀਂ ਗੁਰੂ ਦੀ ਸੇਵਾ ਕਰਾਂਗੇ ਤੇ ਸਾਡੇ ਮਨ ਨੂੰ ਸੁੱਖ ਮਿਲੇਗਾ, ਸਾਡਾ ਮਨ ਸੁਖੀ ਹੋ ਜਾਏਗਾ, ਔਰ ਸੇਵਾ ਤੇ ਸੁੱਖ ਉਪਜੇ। ਬਈ ਗੁਰੂ ਦੀ ਸੇਵਾ ਕਰਕੇ ਹੀ ਸਾਡੇ ਮਨ ਨੂੰ ਸੁੱਖ ਮਿਲਦਾ, ਸਾਡਾ ਮਨ ਆਨੰਦ ਅਵਸਥਾ 'ਚ ਆ ਜਾਂਦਾ।
ਹੁਣ ਆਪਾਂ ਨੂੰ ਫਿਰ ਇਸ ਲਈ ਸਮਝਾਉਂਦੇ ਵੀ ਸਾਡੀ ਜਿਹੜੀ ਭਗਤੀ ਹੈ ਉਹ ਚੌਥੇ ਪਦ ਤੋਂ ਸ਼ੁਰੂ ਹੁੰਦੀ, ਨਾਮ ਤੋਂ, ਸਹਿਜ ਧੁਨ ਤੋਂ, ਪਰਮਾਤਮਾ ਦੇ ਮੁਖ ਦੀ ਆਵਾਜ਼ ਤੋਂ। ਜੋ ਮਾਲਕ ਦੇ ਮੁਖ ਦੀ ਆਵਾਜ਼ ਹੈ, ਜਿਹਨੂੰ ਸਹਿਜ ਧੁਨ ਕਹਿੰਦੇ, ਤੇਰਾ ਮੁਖ ਸੁਹਾਵਾ ਜੀਓ, ਸਹਿਜ ਧੁਨ ਬਾਣੀ, ਪਰਮਾਤਮਾ ਦੇ ਮੁਖ ਦੀ ਬਾਣੀ। ਹੁਣ ਜਦੋਂ ਅਸੀਂ ਮਾਲਕ ਦੇ ਮੁਖ ਦੀ ਬਾਣੀ ਸੁਣਦੇ, ਉਹਨੂੰ ਕਹਿੰਦੇ ਵੀ ਇਹ ਭਗਤੀ ਕਰਦੇ। ਜਦ ਹੁਣ ਅਸੀਂ ਇਹ ਭਗਤੀ ਨਹੀਂ ਕਰਾਂਗੇ, ਸਾਡਾ ਮਨ ਸ਼ੁੱਧ ਨਹੀਂ ਹੋ ਸਕਦਾ, ਇਹਦੀ ਮੈਲ ਨਹੀਂ ਉਤਰਦੀ। ਮਹਾਰਾਜ ਫਰਮਾਉਂਦੇ ਨੇ, ਗੁਰਮੁਖ ਭਗਤ ਜਿਤ ਸਹਿਜ ਧੁਨ ਉਪਜੈ, ਬਿਨ ਭਗਤੀ ਮੈਲ ਨਾ ਜਾਏ। ਬਈ ਸਾਡੀ ਭਗਤੀ ਸ਼ੁਰੂ ਹੋਣੀ ਸਹਿਜ ਧੁਨ ਤੋਂ, ਤੇ ਜਦ ਤੱਕ ਅਸੀਂ ਇਹ ਭਗਤੀ ਨਹੀਂ ਕਰਾਂਗੇ, ਬਿਨਾਂ ਭਗਤੀ ਤੋਂ ਸਾਡੇ ਮਨ ਦੀ ਮੈਲ ਨਹੀਂ ਜਾਂਦੀ, ਸਾਡਾ ਮਨ ਮੈਲ ਦੇ ਨਾਲ ਭਰਿਆ ਰਹਿੰਦਾ। ਜੇ ਹੁਣ ਸਾਡਾ ਮਨ ਮੈਲਾ ਹੈ, ਫਿਰ ਸਭ ਕੁਛ ਹੀ ਮੈਲਾ ਹੈ। ਤੁਹਾਨੂੰ ਅਸੀਂ ਜਿੰਨਾ ਮਰਜ਼ੀ ਨਿਭਾਈ ਜਾਈਏ। ਮਹਾਰਾਜ ਕਹਿੰਦੇ, ਮਨ ਮੈਲੇ ਤਾਂ ਸਭ ਕੁਛ ਮੈਲਾ, ਤਨ ਧੋਤੇ ਮਨ ਹੱਛਾ ਨਾ ਹੋਈ। ਇਹ ਜਗਤ ਭਰਮ ਭੁਲਾਇਆ, ਬਿਰਲਾ ਬੂਝੇ ਕੋਈ। ਸਤਿਗੁਰੂ ਕਹਿੰਦੇ ਵੀ ਜਗਤ ਐਸਾ ਭਰਮ ਚ ਭੁੱਲਾ ਹੈ। ਮਹਾਰਾਜ ਕਹਿੰਦੇ ਵੀ ਤਨ ਨੂੰ ਤਾਂ ਨਵਾਈ ਜਾਂਦਾ, ਤਨ ਦਾ ਇਸ਼ਨਾਨ ਕਰੀ ਜਾਂਦੇ, ਪਰ ਜੇ ਮਨ ਮੈਲਾ ਹੈ ਤੇ ਸਭ ਕੁਛ ਹੀ ਮੈਲਾ। ਹੁਣ ਸਾਰੀ ਕਹਾਣੀ ਸਾਡੇ ਮਨ ਦੀ। ਭਗਤੀ ਜਿਹੜੀ ਕਰਨੀ ਉਹ ਸਾਡੇ ਮਨ ਨੇ ਕਰਨੀ, ਗੁਰੂ ਦੀ ਜੋ ਸੇਵਾ ਕਰਨੀ ਉਹ ਸਾਡੇ ਮਨ ਨੇ ਕਰਨੀ। ਹੁਣ ਇਸ ਵਾਸਤੇ ਫਿਰ ਆਪਾਂ ਨੂੰ ਸਮਝਾਉਂਦੇ ਬਈ ਭਗਤੀ ਜਿਹੜੀ ਹੈ ਉਹ ਅਸੀਂ ਗੁਰੂ ਦੀ ਮੱਤ ਲੈ ਕੇ ਕਰ ਸਕਦੇ ਹਾਂ, ਉਹਦਾ ਸਾਨੂੰ ਆਪਦੇ ਆਪ ਭਗਤੀ ਦਾ ਭੇਤ ਨਹੀਂ ਆਉਂਦਾ। ਬਈ ਭਗਤੀ ਕੀ ਹੈ ਤੇ ਕਰਨੀ ਕਿਸ ਨੇ? ਅਸੀਂ ਤਨ ਦੁਆਰਾ ਕਰਨੀ ਚਾਹੁੰਦੇ। ਜੀਵ ਤਨ ਨੂੰ ਕਸ਼ਟ ਦੇ ਕੇ, ਤਨ ਨੂੰ ਦੁੱਖ ਦੇ ਕੇ ਜੇ ਸਮਝੇ ਵੀ ਮੈਂ ਭਗਤੀ ਕਰ ਲਾਂਗਾ, ਨਹੀਂ ਕਰ ਸਕਦਾ। ਹੁਣ ਆਪਾਂ ਨੂੰ ਫਿਰ ਇਸ ਲਈ ਸਮਝਾਉਂਦੇ ਵੀ ਭਗਤੀ ਸਾਡੇ ਮਨ ਨੇ ਕਰਨੀ। ਭਗਤੀ ਸਾਡੀ ਸ਼ੁਰੂ ਹੋਣੀ ਇਹ 9 ਦਰਾਂ ਤੋਂ ਉੱਪਰ ਉੱਠ ਕੇ। ਜਦ ਤੱਕ ਹੁਣ ਅਸੀਂ ਇਹਨਾਂ 9 ਦਰਾਂ 'ਚ ਵਿਚਰਦੇ ਹਾਂ, ਇਹਨਾਂ 'ਚ ਭਰਮ ਹੈ। ਇਹ 9 ਦਰਾਂ 'ਚ ਸਾਨੂੰ ਭਗਤੀ ਨਹੀਂ ਕਰਨ ਦਿੰਦੇ। ਹੁਣ ਇਹ ਜਿਹੜਾ ਆਪਾਂ ਸਿਮਰਨ ਵੀ ਕਰਦੇ ਹਾਂ, ਗੁਰਬਾਣੀ ਗੁਰੂ ਨੂੰ ਪੜ੍ਹਦੇ ਹਾਂ ਜਾਂ ਸਿਮਰਨ ਕਰਦੇ ਹਾਂ, ਭਗਤੀ ਨਹੀਂ। ਗੁਰਬਾਣੀ ਗੁਰੂ ਸਾਨੂੰ ਭਗਤੀ ਦਾ ਮਾਰਗ ਦੱਸਦੇ ਵੀ ਭਗਤੀ ਸਾਡੀ ਸ਼ੁਰੂ ਹੋਣੀ ਨਾਮ ਤੋਂ, ਤੇ ਕਿਵੇਂ ਅਸੀਂ ਨਾਮ ਤੱਕ ਪਹੁੰਚਣਾ। ਜਿਹੜਾ ਇਹ ਆਪਾਂ ਸਿਮਰਨ ਕਰਦੇ ਹਾਂ ਇਸ ਕਰਕੇ ਕਰਦੇ ਹਾਂ ਤਾਂ ਅੱਗੇ ਅਸੀਂ ਇਹਨਾਂ 3 ਗੁਣਾਂ ਤੋਂ ਉੱਪਰ ਚਲੇ ਜਾਈਏ। ਵਿਚਾਰਾਂ ਫੁਰਨਿਆਂ ਤੋਂ ਸਾਡਾ ਮਨ ਰਹਿਤ ਹੋ ਜੇ, ਅਸੀਂ ਆਪਦੇ ਘਰ ਚਲੇ ਜਾਈਏ। ਤੇ ਜਦੋਂ ਅਸੀਂ ਆਪਦੇ ਘਰ ਜਾਵਾਂਗੇ, ਉੱਥੇ ਜਾ ਕੇ ਅਸੀਂ ਭਗਤੀ ਕਰ ਸਕਦੇ। ਇੱਧਰ 9 ਦਰਵਾਜ਼ਿਆਂ ਦੇ ਵਿੱਚ ਇੱਧਰ ਫਿਰ ਭਰਮ ਹੀ ਭਰਮ ਹੈ। ਤਾਂਹੀਓ ਸਾਡੇ ਮਨ ਨੂੰ ਸਮਝਾਇਆ ਜਾਂਦਾ ਵੀ ਇੱਧਰ 9 ਘਰਾਂ ਦੇ ਵਿੱਚ, 9 ਦਰਾਂ ਦੇ ਵਿੱਚ ਚੋਰਾਂ ਦਾ ਵੱਸ ਹੈ। ਜੇ ਤੂੰ ਉੱਥੇ ਜਾ ਕੇ ਇਹਨਾਂ ਚੋਰਾਂ ਦਾ ਸੰਗੀ ਬਣ ਗਈ, ਫਿਰ ਤੂੰ ਆਪਦੇ ਘਰ ਦੀਆਂ ਜਿਹੜੀਆਂ ਸੁੱਖ ਸਹੂਲਤਾਂ, ਜਿਹੜਾ ਆਨੰਦ, ਜਿਹੜਾ ਅਸੀਂ ਭਗਤੀ ਕਰਨੀ ਘਰ ਜਾ ਕੇ, ਉਹ ਅਸੀਂ ਨਹੀਂ ਕਰ ਸਕਾਂਗੇ। ਸਾਨੂੰ ਇਹ ਦੁੱਖਾਂ 'ਚ ਰੱਖਣਗੇ, ਭਰਮ 'ਚ ਰੱਖਣਗੇ। ਮਹਾਰਾਜ ਇਸ ਲਈ ਫਰਮਾਉਂਦੇ, 9 ਘਰ ਦੇਖ ਜੋ ਕਾਮਣ ਭੂਲੀ,
ਬਸਤ ਅਨੂਪ ਨਾ ਪਾਈ, ਕਹੋ ਕਬੀਰ ਨੌਵੇਂ ਘਰ ਮੂਸੇ। 10ਵੇਂ ਤੱਤ ਸਮਾਈ। ਜੋ ਹਰ ਤੱਤ ਹੈ, ਜੋ ਨਾਮ ਹੈ, ਜੋ ਸੁੱਖਾਂ ਦੀ ਮਨੀ ਹੈ, ਉਹ 10ਵੇਂ ਵਿੱਚ। ਜੇ ਅਸੀਂ ਮਨ ਨੂੰ ਸੁੱਖ ਸਹੂਲਤਾਂ ਦੇਣੀਆਂ ਚਾਹੁੰਦੇ, ਉਹ ਸਾਰੀਆਂ ਸੁੱਖ ਸਹੂਲਤਾਂ 10ਵੇਂ 'ਚ ਰੱਖੀਆਂ। ਹੁਣ ਆਪਾਂ ਨੂੰ ਫਿਰ ਇਹ ਜਿਹੜਾ ਸਰੀਰ ਹੈ, 9 ਦਰਵਾਜ਼ਿਆਂ 'ਚ ਇਹਨਾਂ ਚੋਰਾਂ ਦਾ ਬਸ। ਇਹ ਕਾਲ ਦੇ ਜਰਨੈਲ ਨੇ, ਇੱਧਰ ਮਾਇਆ ਦਾ ਪਸਾਰਾ ਹੈ। ਜੇ ਅਸੀਂ ਆਖੀਏ ਵੀ ਅਸੀਂ ਇੱਧਰ ਭਗਤੀ ਕਰ ਲਈਏ, ਸਾਨੂੰ ਭਗਤੀ ਨਹੀਂ ਕਰਨ ਦੇਣਗੇ। ਇਹ ਕਹਿੰਦੇ ਵੀ ਜੇ ਤੁਸੀਂ ਭਗਤੀ ਕਰਨੀ ਤੇ ਆਪਦੇ ਘਰ ਜਾ ਕੇ ਕਰੋ। ਜੇ ਤੁਸੀਂ ਇੱਧਰ ਰਹਿਣਾ ਤੇ ਫਿਰ ਇੱਧਰ ਸਾਡਾ ਕਰਮ ਕਰੋ, ਸਾਡੀ ਵੰਗਾਰ ਕਰੋ। ਹੁਣ ਇਹ ਜੋ ਇਹਨਾਂ ਦੇ ਨਾਲ ਸਾਡੇ ਮਨ ਦਾ ਰੌਲਾ ਹੈ। ਹੁਣ ਹੈ ਘਰ ਇਹਨਾਂ ਦਾ। ਇਹ ਜਿੰਨਾ ਵੀ ਦ੍ਰਿਸ਼ਟਮਾਨ ਜੋ ਵੀ ਸਾਨੂੰ ਨਜ਼ਰ ਆਉਂਦਾ ਹੈ, ਖੰਡ ਪਤਾਲ, ਇਹ ਸਰੀਰ, ਇਹ ਸਭ ਕਾਲ ਦੇ ਬਸ ਮਾਲਕ ਨੇ ਆਪ ਕੀਤਾ। ਮਹਾਰਾਜ ਫਰਮਾਉਂਦੇ, ਖੰਡ ਪਤਾਲ ਦੀਪ ਸਭ ਲੋਆ, ਸਭ ਕਾਲੇ ਬਸ ਆਪ ਪ੍ਰਭ ਕੀ ਹੈ। ਇਹ ਸਾਰਾ ਕੁਛ ਮਾਲਕ ਨੇ ਕਾਲ ਨੂੰ ਸੌਂਪ ਦਿੱਤਾ ਵੀ ਇਹਦਾ ਮੁਖੀ ਤੂੰ ਹੈ, ਇਹ ਸਾਰਾ ਕੁਛ ਤੈਨੂੰ ਦਿੱਤਾ। ਹੁਣ ਇਹ ਜਿਹੜਾ ਸਰੀਰ ਹੈ, ਇਹ ਵੀ ਕਾਲ ਦੇ ਸਪੁਰਦ ਕੀਤਾ, ਇਹ ਵੀ ਮਾਇਆ। ਇਹੋ ਸਰੀਰ ਸਭ ਮੂਲ ਹੈ ਮਾਇਆ। ਹੁਣ ਮਨ ਨੂੰ ਜਿਹੜਾ ਘਰ ਬਣਾ ਕੇ ਦਿੱਤਾ, ਇਹਨਾਂ 9 ਦਰਾਂ ਤੋਂ ਉੱਪਰ, ਜਿਹਨੂੰ ਨਿਜ ਮਹਿਲ ਕਹਿੰਦੇ, ਥਿਰ ਘਰ ਕਹਿੰਦੇ, 10ਵਾਂ ਦਵਾਰ, ਗੁਰਦੁਆਰਾ, ਮੰਦਰ, ਮਸੀਤ, ਕੋਠੜੀ, ਗੜ੍ਹ, ਬਹੁਤ ਸਾਰੇ ਨਾਂ ਦਿੱਤੇ। ਹੁਣ ਮਨ ਜਦੋਂ ਇੱਧਰ ਆਉਂਦਾ, ਆਪਦੇ ਘਰ ਨੂੰ ਤਾਂ ਭੁੱਲ ਗਏ, ਆਪਦੇ ਘਰ ਦਾ ਦਰ ਵੀ ਭੁੱਲ ਗਏ। ਹੁਣ ਇੱਧਰ ਆ ਕੇ ਬਗਾਨੇ ਘਰ 'ਤੇ ਕਬਜ਼ਾ ਕਰਨਾ ਚਾਹੁੰਦਾ। ਇਹ ਕਹਿੰਦਾ ਵੀ ਇਹ ਸਰੀਰ ਮੇਰਾ। ਇਹਨੂੰ ਤਾਂ ਆਪਦਾ ਸਮਝਦਾ ਹੀ ਆ, ਅੱਗੇ ਗਾ ਹੋਰਾਂ 'ਤੇ ਵੀ ਕਬਜ਼ਾ ਕਰਦਾ ਵੀ ਉਹ ਵੀ ਮੇਰੇ ਨੇ। ਜਦੋਂ ਫਿਰ ਇਹਨਾਂ 'ਤੇ ਕਬਜ਼ਾ ਕਰਨਾ ਚਾਹੁੰਦਾ, ਤੇ ਇੱਧਰ ਇਹ 5 ਜਰਨੈਲ ਨੇ, ਇਹ ਕਾਲ ਦੇ ਦੂਤ, ਕਾਮ, ਕ੍ਰੋਧ, ਲੋਭ, ਮੋਹ, ਹੰਕਾਰ। ਇਹ ਕਹਿੰਦੇ ਵੀ ਸਾਡਾ, ਤੇਰਾ ਤਾਂ ਹੈ ਨਹੀਂ ਹੈ। ਤੂੰ ਇੱਧਰ ਇਹਦੇ ਵਿੱਚ ਬਹੁਤਾ ਸਮਾਂ ਨਹੀਂ ਰਹਿ ਸਕਦਾ। ਜਿਵੇਂ ਹੁਣ ਖੇਤ ਕਿਸੇ ਦਾ ਹੋਵੇ, ਸਾਨੂੰ ਅਗਲਾ ਉੱਦਾਂ ਕੁਝ ਸਮੇਂ ਵਾਸਤੇ ਦੇ ਦੇਵੇ ਤੇ ਅਸੀਂ ਉਹਦੇ ਤੇ ਕਬਜ਼ਾ ਕਰੀਏ ਵੀ ਸਾਡਾ ਜੀ, ਸਾਡੀ ਜ਼ਮੀਨ, ਉਹ ਝਗੜਾ ਤਾਂ ਪਏਗਾ ਹੀ। ਹੁਣ ਇਸੇ ਤਰ੍ਹਾਂ ਹੀ ਇਹਨੂੰ ਖੇਤ ਕਹਿੰਦੇ। ਮਨ ਨੂੰ ਆਖਿਆ ਵੀ ਤੂੰ ਨੌਕਰ ਬਣ ਕੇ ਜਾਣਾ, ਤੇ ਜਿਹੜਾ ਤੈਨੂੰ ਕਰਮ ਆਖਿਆ ਕਰਨ ਉਹ ਕਰਕੇ ਤੂੰ ਵਾਪਸ ਆ ਜਾਣਾ। ਉੱਥੇ ਰਹਿਣਾ ਨਹੀਂ, ਉੱਥੇ ਰੁਕਣਾ ਨਹੀਂ। ਉੱਥੇ ਜਾ ਕੇ ਉੱਥੇ ਤੂੰ ਮਾਲਕ ਨਹੀਂ ਬਣਨਾ, ਕਬਜ਼ਾ ਨਹੀਂ ਕਰਨਾ। ਜਿਹੜਾ ਤੈਨੂੰ ਕਰਮ ਦਿੱਤਾ ਤੂੰ ਉਹ ਕਰਨਾ, ਤੇ ਜਦੋਂ ਤੂੰ ਵਾਪਸ ਆਏਗਾ ਜਿਹੜਾ ਤੇਰਾ ਹੱਕ ਹੋਏਗਾ, ਉਹ ਤੇਰਾ ਸਾਰਾ ਹੱਕ ਤੈਨੂੰ ਦਿੱਤਾ ਜਾਏਗਾ। ਹੁਣ ਇੱਧਰ ਇਹ ਜਦੋਂ ਆਉਂਦਾ, ਜਿਹੜਾ ਇਹਨੂੰ ਕਰਮ ਦਿੱਤਾ ਕਰਨ ਨੂੰ, ਉਹ ਤਾਂ ਇਹ ਕਰਦਾ ਨਹੀਂ। ਇਹ ਖੇਤ ਦਾ ਮਾਲਕ ਬਣਨਾ ਚਾਹੁੰਦਾ। ਹੁਣ ਵੀ ਇਹ ਮੇਰਾ ਹੈ, ਇਹਦੇ 'ਤੇ ਕਬਜ਼ਾ ਕਰਨਾ ਚਾਹੁੰਦਾ। ਫਿਰ ਇਹਨੂੰ ਟਿਕਣ ਨਹੀਂ ਦਿੰਦੇ ਮਨ ਨੂੰ। ਇਹ ਕਹਿੰਦੇ ਵੀ ਹੁਣ ਇਹ ਇਹਦੇ 'ਤੇ ਕਬਜ਼ਾ ਕਰਨਾ ਚਾਹੁੰਦਾ, ਵੀ ਇਹਨੂੰ ਟਿਕਣ ਨਹੀਂ ਦੇਣਾ। ਇੱਕ ਫੜਦਾ ਇਹਨਾਂ 'ਚੋਂ, ਉਹਨੂੰ ਦੂਰ ਲੈ ਜਾਂਦਾ ਮਨ। ਇਹ ਉੱਧਰੋਂ ਛੁੱਟ ਕੇ ਆਉਂਦਾ ਵਾਪਸ, ਤੇ ਦੂਜਾ ਫੜਦਾ, ਦੂਜੇ ਪਾਸੇ ਨੂੰ ਲੈ ਜਾਂਦਾ। ਉੱਧਰੋਂ ਆਉਂਦਾ, ਤੀਜਾ ਫੜਦਾ, ਉਹ ਲੈ ਜਾਂਦਾ। ਇਹਨੂੰ ਭਜਾਈ ਫਿਰਦੇ, ਫਿਰ ਇਹਨੂੰ ਨੇੜੇ ਹੀ ਨਹੀਂ ਆਉਣ ਦਿੰਦੇ। ਇਹਦੇ ਵਿੱਚ ਵੀ ਨਹੀਂ ਇਹਨੂੰ ਬਣਨ ਦਿੰਦੇ। ਹੁਣ ਇਹਨੂੰ ਫਿਰ ਜਦੋਂ ਇਸ ਤਰ੍ਹਾਂ ਇਹਨਾਂ ਦੇ ਨਾਲ ਫਿਰ ਇਹ ਝਗੜਾ, ਜਿਹੜਾ ਇਹ ਝਗੜਾ ਹੁੰਦਾ, ਇਹ ਝਗੜਾ ਵੱਧਦਾ ਇੰਨਾ ਵੱਧ ਜਾਂਦਾ
ਵੀ ਇਹ ਝਗੜਾ ਸੱਚੇ ਦਰਬਾਰ ਦੇ ਵਿੱਚ ਚਲਾ ਜਾਂਦਾ। ਮਾਲਕ ਵੀ ਖੜਾ ਹੈ, ਮਾਲਕ ਬੈਠੇ ਨੇ, ਇਹ ਪੰਜ ਵੀ ਖੜੇ ਨੇ ਤੇ ਉਧਰ ਮਨ ਵੀ ਖੜਾ। ਹੁਣ ਮਾਲਕ ਪੁੱਛਦਾ ਵੀ ਕਿਉਂ ਲੜਦੇ ਹੋ, ਕਿਉਂ ਝਗੜਾ ਕਰਦੇ। ਮਨ ਫਿਰ ਇੱਥੇ ਇਹਨਾਂ ਦੀ ਸ਼ਿਕਾਇਤ ਕਰਦਾ, ਕਹਿੰਦਾ ਵੀ ਇਸ ਸੰਸਾਰ ਦੇ ਵਿੱਚ, ਲੋਕ ਦੇ ਵਿੱਚ ਜਿੰਨੇ ਵੀ ਬੁਰੇ ਕੰਮ ਨੇ, ਸਾਰੇ ਕਰਮ ਇਹ ਕਰਦੇ ਰਹੇ ਮਾੜੇ, ਤੇ ਨਾ ਮੇਰਾ ਲੱਗਦਾ ਵੀ ਇਹਨਾਂ ਕਰਕੇ ਮੈਂ ਬਦਨਾਮ ਹੋ ਗਈ। ਜਿਵੇਂ ਕੋਈ ਕਰਮ ਹੋਰ ਕਰੇ ਤੇ ਉਹ ਨਾ ਕਿਸੇ ਦਾ ਹੋਰ ਲਾ ਦੇਵੇ ਵੀ ਇਹਨੇ ਕੀਤਾ। ਹੁਣ ਮਨ ਕਹਿੰਦਾ ਵੀ ਜਿੰਨੇ ਵੀ ਲੜਾਈਆਂ ਝਗੜੇ ਇਹ ਕਰਦੇ ਰਹੇ ਤੇ ਬਦਨਾਮ ਮੈਂ ਹੋ ਗਿਆ ਵੀ ਇਹ ਮਨ ਕਰਦਾ, ਬਈ ਇਹਨਾਂ ਕਰਕੇ ਮੈਂ ਬੁਰਾ ਬਣ ਗਿਆ। ਸਾਡਾ ਫੈਸਲਾ ਕਰ ਦਿਓ ਵੀ ਮੈਂ ਇਹਨਾਂ ਦੇ ਨਾਲ ਰਹਿ ਨਹੀਂ ਸਕਦਾ, ਹੁਣ ਅਸੀਂ ਇੱਕ ਘਰੇ ਨਹੀਂ ਇਕੱਠੇ ਰਹਿ ਸਕਦੇ। ਮਹਾਰਾਜ ਕਹਿੰਦੇ ਵੀ ਮਨ ਕੀ ਕਹਿੰਦਾ, ਇਨ ਲੋਗਨ ਸਿਉ ਹੋਂ ਭਈ ਬਰਾਈ, ਏਕ ਗ੍ਰਹਿ ਮੈਂ ਦੋਇ ਨਾ ਖਟਾਈ। ਆਏ ਪ੍ਰਭੇ ਅੰਚਰ ਲਾਗ, ਪ੍ਰਭ ਤਪਾਵਸ ਕਰੋ ਸਰਬਾਗ। ਵੀ ਅਸੀਂ ਤੁਹਾਡੀ ਸ਼ਰਨ 'ਚ ਆਏ ਹਾਂ, ਸਾਡਾ ਫੈਸਲਾ ਕਰ ਦਿਓ। ਮਨ ਦੀ ਸੁਣ ਲਈ ਮਾਲਕ ਨੇ। ਫਿਰ ਇਹਨਾਂ ਨੂੰ ਪੰਜਾਂ ਨੂੰ ਪੁੱਛਦੇ ਵੀ ਤੁਸੀਂ ਕਿਉਂ ਉਹਨੂੰ ਦੁਖੀ ਕਰਦੇ, ਤੁਸੀਂ ਕਿਉਂ ਉਹਦੇ ਨਾਲ ਲੜਦੇ ਹੋ। ਹੁਣ ਇਹ ਆਖਣ ਲੱਗੇ ਪੰਜ ਵੀ ਇਹ ਘਰ ਸਾਡਾ, ਜਿੰਨੀ ਵੀ ਦ੍ਰਿਸ਼ਟਮਾਨ ਮਾਇਆ ਜਾਂ ਸੁਖ ਮਾਇਆ ਤੁਸੀਂ ਉਹ ਸਾਨੂੰ ਸੌਂਪੀਏ। ਕਾਲ ਕਹਿੰਦੇ ਵੀ ਇਹ ਸਾਡਾ ਘਰ ਹੈ, ਸਾਡਾ ਖੇਤ ਹੈ, ਤੇ ਇਹਦੇ ਤੇ ਕਬਜ਼ਾ ਕਰਨਾ ਚਾਹੁੰਦੇ। ਇਹ ਕਹਿੰਦਾ ਵੀ ਮੇਰਾ ਹੈ, ਤੇ ਇਹ ਸਾਡਾ ਇਹਦੇ ਨਾਲ ਝਗੜਾ ਹੈ ਵੀ ਸਾਡਾ ਤਾਂ ਹੈਗਾ ਹੀ ਹੈ, ਤੁਸੀਂ ਸਾਨੂੰ ਦਿੱਤਾ ਹੀ ਹੈ। ਜੇ ਤੁਸੀਂ ਇਹਨੂੰ ਦੇਣਾ ਹੈ ਤੇ ਸਾਡਾ ਫੈਸਲਾ ਕਰ ਦਿਓ, ਸਾਨੂੰ ਕਹਿ ਦਿਓ। ਹੁਣ ਮਾਲਕ ਦੇਖਦਾ ਵੀ ਉਹਦੀ ਵੀ ਸੁਣ ਲਈ, ਮਨ ਦੀ ਵੀ, ਤੇ ਇਹਦੀ ਵੀ ਸੁਣ ਲਈ। ਇੱਧਰ ਇਹਨਾਂ ਦੀ ਮਾਲਕ ਹੱਸਦੇ, ਕਿਉਂਕਿ ਗਲਤੀ ਤਾਂ ਮਨ ਦੀ ਹੈ ਵੀ ਘਰ ਇਹਨਾਂ ਦਾ ਕਬਜ਼ਾ ਅਸੀਂ ਕਰਨਾ ਚਾਹੁੰਦੇ, ਫਿਰ ਦੋਸ਼ ਵੀ ਇਹਨਾਂ ਨੂੰ ਦਿੰਦੇ ਵੀ ਸਾਨੂੰ ਟਿਕਣ ਨਹੀਂ ਦਿੰਦੇ ਜੀ। ਮਹਾਰਾਜ ਫਿਰ ਹੱਸ ਕੇ ਉਹਨਾਂ ਨੇ ਫਿਰ ਨਿਆਈ ਕਰ ਦਿੱਤਾ। ਮਹਾਰਾਜ ਕਹਿੰਦੇ ਪ੍ਰਭ ਹੱਸ ਬੋਲੇ ਕੀਆ ਨਿਆਈ, ਸਗਲ ਦੂਤ ਮੇਰੀ ਸੇਵਾ ਲਾਏ, ਤੂੰ ਠਾਕਰੇ ਗ੍ਰਹਿ ਸਭ ਤੇਰਾ, ਕਹੋ ਨਾਨਕ ਗੁਰ ਕੀਆ ਨਵੇੜਾ। ਮਾਲਕ ਨੇ ਫੈਸਲਾ ਸੁਣਾ ਦਿੱਤਾ ਵੀ ਤੂੰ ਰਾਜਾ ਹੈ। ਮਨ ਨੂੰ ਕਹਿੰਦੇ ਤੂੰ ਰਾਜਾ ਹੈ ਤੇ ਇਹ ਤੇਰੇ ਨੌਕਰ ਨੇ। ਜੇ ਤੂੰ ਆਪਦੇ ਘਰ 'ਚ ਵਸੇਗਾ, ਤੇਰੇ ਵਾਸਤੇ ਮਹਿਲ ਬਣਾਏ, ਜੇ ਤੂੰ ਮਹਿਲ 'ਚ ਰਹੇਗਾ ਤੇ ਤੇਰੇ ਮਤਹਿਤ ਹੋ ਕੇ ਤੇਰੇ ਨੌਕਰ ਬਣ ਕੇ ਚੱਲਣਗੇ। ਇਹ ਜਿਹੜਾ ਖੇਤ ਜਿਹਨੂੰ ਤੂੰ ਆਪਦਾ ਸਮਝਦਾ, ਇਹ ਤੇਰਾ ਨਹੀਂ, ਇਹ ਇਹਨਾਂ ਦਾ ਹੀ ਹੈ। ਤੇਰੇ ਵਾਸਤੇ ਸਪੈਸ਼ਲ ਮਹਿਲ ਬਣਾਇਆ, ਤੂੰ ਆਪਦੇ ਮਹਿਲ ਦੇ ਵਿੱਚ ਚੱਲ ਤੇ ਉੱਥੇ ਜਾ ਕੇ ਰਾਜ ਭਾਗ ਸੰਭਾਲ। ਹੁਣ ਇਸ ਲਈ ਫਿਰ ਸਮਝਾਉਂਦੇ ਮਾਰੇ, ਕਹਿੰਦੇ ਵੀ ਇਹ ਤੇਰਾ ਖੇਤ, ਇਹ ਤੇਰਾ ਡੇਰਾ ਨਹੀਂ ਹੈ। ਵੀ ਹੁਣ ਤੂੰ ਗੁਰੂ ਦੇ ਸ਼ਬਦ ਦੁਆਰਾ ਆਪਦੇ ਡੇਰੇ ਦੀ ਪਹਿਚਾਣ ਕਰਕੇ ਆਪਦੇ ਡੇਰੇ ਵਿੱਚ ਵਸਣਾ ਸ਼ੁਰੂ ਕਰ। ਮਾਰੇ ਫਰਮਾਉਂਦੇ ਡੱਡਾ ਡੇਰਾ ਇਹ ਨਹੀਂ, ਜਹ ਡੇਰਾ ਤਹਿ ਜਾਣ, ਉਹਾਂ ਡੇਰਾ ਕੇ ਸੰਜਮੋ, ਗੁਰ ਕੀ ਸ਼ਬਦ ਪਛਾਣ। ਹੁਣ ਜੇ ਤਾਂ ਮਨ ਆਪਦੇ ਘਰ ਰਹਿੰਦਾ, ਸਾਰੀਆਂ ਸੁੱਖ ਸਹੂਲਤਾਂ ਮਨ ਵਾਸਤੇ ਮਾਲਕ ਨੇ ਘਰ ਦੇ ਵਿੱਚ ਰੱਖੀ। 10ਵੇਂ ਦਵਾਰ ਥਿਰ ਘਰ ਦੇ ਵਿੱਚ ਕੀ ਕੁਝ ਰੱਖਿਆ ਸਾਡੇ ਮਨ ਵਾਸਤੇ। ਸੁਖ ਸਾਗਰ ਸੁਰ ਧਰ, ਕਾਮ ਧੇਨ ਵਸ ਜਾ ਕੇ, ਚਾਰ ਪਦਾਰਥ ਅਸ਼ਟ ਦਸਾ ਸਦ, ਨੌ ਨਿਧ ਕਰ ਤਲ ਤਾਕੇ।
ਮਨ ਵਾਸਤੇ ਸੁਰ ਧਰ ਦਰਖਤ ਦਾ ਪ੍ਰਬੰਧ ਕੀਤਾ ਵੀ ਜੋ ਤੇਰੀ ਇੱਛਾ ਉਹ ਫਲ ਦੀ ਪ੍ਰਾਪਤੀ ਤੂੰ ਇੱਥੋਂ ਕਰ ਸਕਦਾ। ਮਨ ਵਾਸਤੇ ਕਾਮਧੇਨ ਗਊ ਦਾ ਪ੍ਰਬੰਧ ਕੀਤਾ ਵੀ ਜੋ ਫਲ ਦੀ ਇੱਛਾ ਉਹ ਤੋਂ ਪ੍ਰਾਪਤ ਕਰ ਸਕਦਾ। ਮਨ ਵਾਸਤੇ ਚਿੰਤਾਮਣੀ ਦਾ ਪ੍ਰਬੰਧ ਕੀਤਾ ਵੀ ਇਹ ਚਿੰਤ ਅਵਸਥਾ 'ਚ ਰਵੇ। ਰਾਜਾ ਹੈ, ਜੇ ਰਾਜਾ ਹੀ ਦੁਖੀ ਹੋਏਗਾ, ਰਾਜਾ ਹੀ ਚਿੰਤਾ 'ਚ ਹੋਏਗਾ ਤੇ ਉਹਦੀ ਪ੍ਰਜਾ ਕਿਵੇਂ ਸੁਖੀ ਰਹਿ ਸਕਦੀ। ਇਸ ਲਈ ਰਾਜੇ ਨੂੰ ਕਿਸੇ ਕਿਸਮ ਦੀ ਕੋਈ ਚਿੰਤਾ, ਕੋਈ ਫਿਕਰ ਨਹੀਂ ਹੋਣਾ ਚਾਹੀਦਾ। ਤਾਂ ਕਰਕੇ ਚਿੰਤਾਮਣੀ ਦਾ ਪ੍ਰਬੰਧ ਕੀਤਾ ਵੀ ਇਹ ਚਿੰਤ ਅਵਸਥਾ 'ਚ ਰਵੇ। ਰਾਜੇ ਵਾਸਤੇ ਇਸ਼ਨਾਨ ਦਾ ਪ੍ਰਬੰਧ ਕਰ ਦਿੱਤਾ, 68 ਤੀਰਥਾਂ ਦਾ ਪ੍ਰਬੰਧ ਕਰ ਦਿੱਤਾ ਬਈ ਤਾਂ ਕਿ ਜਦੋਂ ਰਾਜੇ ਨੇ ਇਸ਼ਨਾਨ ਕਰਨਾ ਇਹਦੇ ਇਸ਼ਨਾਨ ਕਰ ਲਏ, ਅੰਮ੍ਰਿਤਸਰ ਦੇ ਵਿੱਚ ਇਸ਼ਨਾਨ ਕਰ ਲਏ ਤਾਂ ਕਿ ਇਹ ਨਿਰਮਲ ਰਹੇ। ਵੀ ਰਾਜੇ ਨੇ ਫੈਸਲਾ ਸੁਣਾਉਣਾ, ਪ੍ਰਜਾ ਦੇ ਵਿੱਚ ਜੀਵ ਜੇ ਕੋਈ ਲੜਾਈ ਝਗੜਾ ਹੁੰਦਾ ਹੈ ਨਗਰੀ ਦੇ ਵਿੱਚ, ਰਾਜੇ ਕੋਲ ਆਉਣਾ ਤੇ ਰਾਜੇ ਨੇ ਫੈਸਲਾ ਸੁਣਾਉਣਾ। ਇਸ ਵਾਸਤੇ ਜੇ ਰਾਜਾ ਦੌਦਾ ਦੇ ਵਿੱਚ ਵੀ ਪੈਂਦਾ ਹੈ ਤੇ ਉਹਦੇ ਵਾਸਤੇ ਫਿਰ ਜੇ ਇਹਦੇ 'ਤੇ ਮੈਲ ਚੜ੍ਹਦੀ ਹੈ ਤੇ ਉਹਦੇ ਲਈ ਫਿਰ ਇਹ ਅੰਮ੍ਰਿਤਸਰ ਦਾ ਪ੍ਰਬੰਧ ਹੈ ਵੀ ਤਾਂ ਕਿ ਰਾਜਾ ਨਿਰਮਲ ਰਹਿ ਸਕੇ, ਵੀ ਇਹਦੇ 'ਤੇ ਮੈਲ ਨਾ ਲੱਗੇ। ਜੇ ਲੱਗ ਗਈ ਤੇ ਲਾ ਲਵੇ ਮੈਲ। ਜਿਹਨੂੰ ਮਹਾਰਾਜ ਕਹਿੰਦੇ ਮੈਲ ਗਈ ਮਨ ਨਿਰਮਲ ਹੋਆ, ਅੰਮ੍ਰਿਤਸਰ ਤੀਰਥ ਨਾਹੀ। ਹੁਣ ਫਿਰ ਮਨ ਰਾਜੇ ਨੇ ਤੀਰਥ 'ਤੇ ਇਸ਼ਨਾਨ ਕਰਕੇ ਫਿਰ ਇਹਨੇ ਪੂਜਾ ਕਰਨੀ। ਹੁਣ ਉਹ ਪੂਜਾ ਦਾ ਸਥਾਨ ਵੀ ਘਰ ਦੇ ਵਿੱਚ ਹੀ ਬਣਾ ਦਿੱਤਾ ਜਿੱਥੇ ਮਨ ਬੈਠ ਕੇ ਪੂਜਾ ਕਰ ਸਕਦਾ। ਅੰਤਰ ਪੂਜਾ ਥਾਨ ਮਰਾਰਾ ਜੋਤੀ ਜੋਤ ਮਿਲਾਵਣ ਹਾਰ। ਜਿਵੇਂ ਆਪਾਂ ਹੁਣ ਆਮ ਘਰਾਂ ਦੇ ਵਿੱਚ ਕਈ ਗੁਰਮਾ ਘਰ ਬਣਾਉਂਦੇ ਤੇ ਉਹ ਕਹਿੰਦੇ ਵੀ ਇੱਕ ਪੂਜਾ ਰੂਮ ਬਣਾਉਣਾ ਵੀ ਜਿਹਦੇ ਵਿੱਚ ਬੈਠ ਕੇ ਅਸੀਂ ਪੂਜਾ ਕਰ ਸਕੀਏ, ਜਿਹਦੇ ਵਿੱਚ ਬੈਠ ਕੇ ਸਿਮਰਨ ਕਰ ਸਕੀਏ, ਗੁਰਬਾਣੀ ਪੜ੍ਹ ਸਕੀਏ। ਹੁਣ ਇਸੇ ਤਰ੍ਹਾਂ ਹੀ ਮਨ ਰਾਜੇ ਵਾਸਤੇ ਮਾਲਕ ਨੇ ਪਹਿਲਾਂ ਹੀ ਉਹ ਪੂਜਾ ਦਾ ਸਥਾਨ ਬਣਾ ਦਿੱਤਾ ਮਹਿਲ ਦੇ ਵਿੱਚ ਵੀ ਜਿੱਥੇ ਰਾਜੇ ਨੇ ਪੂਜਾ ਕਰਨੀ। ਉਸੇ ਕਿਵੇਂ ਪੂਜਾ ਹੁੰਦੀ ਫਿਰ ਅੰਤਰਗਤੀ ਮਹਾਰਾਜ ਕਹਿੰਦੇ ਅੰਤਰ ਪੂਜਾ ਥਾਨ ਮਰਾਰਾ ਜੋਤੀ ਜੋਤ ਮਿਲਾਵਣ ਹਾਰ। ਵੀ ਉਹ ਅੰਦਰ ਹੀ ਸਥਾਨ ਬਣਾ ਦਿੱਤਾ ਮਨ ਵਾਸਤੇ ਜਿੱਥੇ ਰਾਜੇ ਨੇ ਬੈਠ ਕੇ ਪੂਜਾ, ਜਿੱਥੇ ਬੈਠ ਕੇ ਭਗਤੀ ਕਰ। ਹੁਣ ਤਾਂ ਫਿਰ ਸਾਨੂੰ ਕਹਿੰਦੇ ਵੀ ਇੱਧਰ 9 ਦਰਾਂ 'ਚ ਭਗਤੀ ਨਹੀਂ ਹੁੰਦੀ। ਜੇ ਤੁਸੀਂ ਭਗਤੀ ਕਰਨੀ, ਜੇ ਤੁਸੀਂ ਪੂਜਾ ਕਰਨੀ ਤੇ ਆਪਦੇ ਘਰ ਜਾ ਕੇ ਕਰੋ। ਹੁਣ ਜੇ ਅਸੀਂ ਆਪਦੇ ਘਰ ਜਾਵਾਂਗੇ ਤੇ ਉੱਥੇ ਜਾ ਕੇ ਅਸੀਂ ਕਰ ਸਕਦੇ। ਪੂਜਾ ਕੀ ਹੈ? ਹੁਣ ਨਾਮ ਤੋਂ ਬਿਨਾਂ ਪੂਜਾ ਹੁੰਦੀ ਨਹੀਂ। ਮਹਾਰਾਜ ਕਹਿੰਦੇ ਪੂਜਾ ਕੀਜੇ ਨਾਮ ਤੇ ਆਈਏ। ਵੀ ਜਦ ਤੱਕ ਅਸੀਂ ਨਾਮ ਦੇ ਨਾਲ ਸਾਡੀ ਸੁਰਤੀ ਜੁੜਦੀ ਨਹੀਂ, ਬਿਨ ਨਾਮੇ ਪੂਜ ਨਾ ਹੋਏ। ਵੀ ਨਾਮ ਤੋਂ ਬਿਨਾਂ ਪੂਜਾ ਹੁੰਦੀ ਨਹੀਂ। ਹੁਣ ਇਹ ਨਾਮ ਹੀ ਸਾਰਾ ਕੁਛ ਹੈ। ਨਾਮ ਹੀ ਸੁਰ ਧਰ ਦਰਖਤ ਹੈ ਜਿਹਦੋਂ ਸਾਨੂੰ ਮਨ ਚੰਦੇ ਆ ਫਲ ਦੀ ਪ੍ਰਾਪਤੀ ਹੁੰਦੀ। ਨਾਮ ਹੀ ਕਾਮਧੇਨ ਗਊ ਹੈ ਵੀ ਜਿਹਤੋਂ ਅਸੀਂ ਇੱਛਾ ਮੁਤਾਬਕ ਫਲ ਪ੍ਰਾਪਤ ਕਰ ਸਕਦੇ। ਸਾਰਾ ਕੁਛ ਨਾਮ ਹੀ। ਤੇ ਮਨ ਰਾਜੇ ਵਾਸਤੇ ਫਿਰ ਵੀ ਰਾਜਾ ਇਹਨੇ ਮਹਿਲ 'ਚ ਰਹਿਣਾ ਹੈ ਤੇ ਉੱਥੇ ਵਾਤਾਵਰਨ ਦੇ ਵਿੱਚ ਕੋਈ ਤਬਦੀਲੀ ਨਾ ਆਵੇ। ਉੱਥੇ ਦਿਨ ਰਾਤ ਅੰਮ੍ਰਿਤ ਦੀ ਵਰਖਾ ਹੁੰਦੀ ਰਹਿੰਦੀ ਰਾਜੇ ਦੇ ਮਹਿਲ ਦੇ ਵਿੱਚ। ਮਹਾਰਾਜ ਕਹਿੰਦੇ ਝਿਮ ਝਿਮ ਵਰਸੇ ਅੰਮ੍ਰਿਤ ਧਾਰਾ, ਮਨ ਪੀਵੇ ਸੁਣ ਸ਼ਬਦ ਵਿਚਾਰ। ਇਹ ਸਾਰੀਆਂ ਸੁੱਖ ਸਹੂਲਤਾਂ, ਸਾਰੇ ਆਨੰਦ ਸਾਡੇ ਘਰ ਦੇ ਵਿੱਚ। ਜੇ ਤਾਂ ਹੁਣ ਮਨ ਰਾਜਾ ਘਰ ਚਲਾ ਜਾਂਦਾ
ਫਿਰ ਸਾਰੀ ਝਗੜੇ ਖਤਮ ਹੋ ਜਾਂਦੇ। ਫਿਰ ਇਹ ਵੀ ਸਿਮਰਨ ਕਰਦੇ ਸਾਰੇ, ਕਾਮ ਕ੍ਰੋਧ ਲੋਭ ਮੋਹ ਹੰਕਾਰ। ਇਹ ਫਿਰ ਧਰਮ ਰਾਏ ਚਿਤਰਗੁਪਤ ਇਹ ਵੀ ਸਿਮਰਨ ਕਰਦੇ। ਫਿਰ ਸਾਰੀ ਪ੍ਰਜਾ ਹੀ ਸਿਮਰਨ ਕਰਨ ਲੱਗ ਜਾਂਦੀ। ਜੇ ਮਨ ਰਾਜਾ ਆਪਦੇ ਘਰ ਚਲਾ ਜਾਂਦਾ। ਹੁਣ ਜੇ ਮਨ ਘਰ ਨਹੀਂ ਜਾਂਦਾ, ਜਿਉਂ ਹੀ ਇਹ ਇੱਧਰ ਆਉਂਦਾ, ਇਹ ਨਾ ਤਾਂ ਆਪ ਸਿਮਰਨ ਕਰਦਾ, ਨਾ ਇਹਨਾਂ ਨੂੰ ਕਰਨ ਦਿੰਦਾ। ਸਾਰੇ ਇਹਦੇ ਪਿੱਛੇ ਹੀ ਭੱਜੇ ਫਿਰਦੇ। ਚਿਤਰਗੁਪਤ ਧਰਮ ਰਾਏ ਹੋਣੀ ਵੀ ਕਿੱਥੇ ਗਿਆ। ਹਰ ਇੱਕ ਸਵਾਸ ਦੀ ਇਹਦੀ ਚਿਤਰਗੁਪਤ ਨੇ ਰਿਪੋਰਟ ਧਰਮ ਰਾਏ ਨੂੰ ਦੇਣੀ ਵੀ ਮਨ ਹੁਣ ਕਿੱਥੇ ਚਲਾ ਗਿਆ, ਕਿਹੜੇ ਹੱਟ 'ਤੇ ਚਲਾ ਗਿਆ, ਕੀ ਕਰ ਰਿਹਾ। ਉਹ ਸਾਰੀ ਚਿੱਤਰ ਗੁਪਤ ਵੀ ਚਿੱਤਰ ਹੁੰਦਾ, ਤਸਵੀਰ ਗੁਪਤ ਹੁੰਦੀ ਵੀ ਗੁਪਤ ਰੂਪ ਵਿੱਚ ਖਿੱਚ ਲੈਣੀ ਅਤੇ ਉਹਨੂੰ ਪਤਾ ਹੀ ਨਾ ਲੱਗਣ ਦੇਣਾ। ਇਸੇ ਤਰ੍ਹਾਂ ਹੀ ਹੁਣ ਇਹ ਚਿੱਤਰਗੁਪਤ ਹੋਣੀ ਇਹਦੇ ਨਾਲ ਚੱਲਦੇ ਮਨ 'ਤੇ। ਜੋ ਜੋ ਮਨ ਜਿੱਥੇ ਜਿੱਥੇ ਕਰਦਾ, ਫਿਰ ਉਹ ਸਾਰੀ ਇਹਦੀ ਰਿਕਾਰਡਿੰਗ ਕਰਕੇ ਉਹ ਸਾਰਾ ਧਰਮ ਰਾਏ ਨੂੰ ਰਿਪੋਰਟ ਦਿੱਤੀ ਜਾਂਦੀ ਵੀ ਆਹ ਕੁਝ ਕਰ ਰਹੇ। ਹੁਣ ਜਦੋਂ ਮਨ ਇੱਧਰੋਂ ਪਾਉਣ ਤੋਂ ਵੱਖ ਹੋ ਜਾਂਦਾ, ਜਦੋਂ ਇਹ ਸਰੀਰ ਨੂੰ ਅਸੀਂ ਦੇਹ ਨੂੰ ਛੱਡ ਕੇ ਘਰ ਜਾਣਾ, ਆਪਦੇ ਦੇਸ਼ ਜਾਣਾ, ਜਦੋਂ ਮਨ ਚਲਾ ਜਾਂਦਾ, ਨੌਂ ਦਰਿਆਂ ਤੋਂ ਛੱਡ ਦਿੰਦਾ, ਫਿਰ ਇਹ ਸਾਰੇ ਸਿਮਰਨ ਕਰਨ ਬੈਠ ਜਾਂਦੇ ਵੀ ਆ ਜਾਓ ਗਿਆ, ਹੁਣ ਬੈਠੀਏ ਸਿਮਰਨ ਕਰੀਏ। ਵੀ ਜਿਉਂ ਆਇਆ ਕਰਨ ਤਾਂ ਦਿੰਦਾ ਹੀ ਨਹੀਂ। ਇਹ ਸਾਰੇ ਬੈਠ ਜਾਂਦੇ, ਕਾਮ ਕ੍ਰੋਧ ਲੋਭ ਮੋਹ ਹੰਕਾਰ ਧਰਮ ਰਾਏ ਚਿਤਰਗੁਪਤ, ਫਿਰ ਇਹ ਸਾਰੇ ਬੈਠ ਕੇ ਸਿਮਰਨ ਕਰਦੇ। ਜਿਸ ਵਰਤਾਏ ਮਹਾਰਾਜ ਸਾਨੂੰ ਦੱਸਦੇ, ਕਹਿੰਦੇ ਗਾਵਣ ਤੁਧ ਨੂੰ ਚਿਤਰਗੁਪਤ ਲਿਖ ਜਾਣਨ, ਲਿਖ ਲਿਖ ਧਰਮ ਵਿਚਾਰੀ। ਵੀ ਇਹ ਸਾਰੇ ਗਾਉਂਦੇ। ਇਹ ਮਨ ਹੀ ਨਹੀਂ ਗਾਉਂਦਾ, ਮਨ ਹੀ ਨਹੀਂ ਕਰਦਾ, ਬਾਕੀ ਸਾਰੇ ਕਰਦੇ। ਇਹ ਦੋਸ਼ ਹੁਣ ਇਹਨਾਂ ਨੂੰ ਦਿੰਦਾ, ਕਰਦਾ ਆਪ ਨਹੀਂ, ਨਾ ਇਹਨਾਂ ਨੂੰ ਕਰਨ ਦਿੰਦਾ, ਦੋਸ਼ ਇਹਨਾਂ ਨੂੰ ਦਿੰਦਾ। ਹੁਣ ਤਾਂ ਫਿਰ ਸਾਨੂੰ ਕਹਿੰਦੇ ਨੇ ਵੀ ਹੋਰ ਕਿਸੇ ਨੂੰ ਦੋਸ਼ ਨਾ ਦੇ, ਦੋਸ਼ ਤਾਂ ਤੇਰਾ ਖੁਦ ਹੀ। ਮਹਾਰਾਜ ਕਹਿੰਦੇ ਦੱਦਾ ਦੋਸ਼ ਨਾ ਦੇਵੋ ਕਿਸੇ, ਦੋਸ਼ ਕਰਮਾਂ ਆਪਣੀਆਂ, ਜੋ ਮੈਂ ਕੀਆ ਸੋ ਮੈਂ ਪਾਇਆ, ਦੋਸ਼ ਨਾ ਦੀਜੇ ਅਵਰਜਨ। ਹੁਣ ਜੇ ਮਨ ਸਿਮਰਨ ਤਾਂ ਖੁਦ ਨਹੀਂ ਕਰਦਾ, ਦੋਸ਼ ਦੂਜਿਆਂ ਨੂੰ ਦੇਈ ਜਾਂਦਾ। ਇਹ ਪੰਜ ਨਹੀਂ ਕਰਨ ਦਿੰਦੇ ਜੀ, ਇਹ ਮੈਨੂੰ ਟਿਕਣ ਨਹੀਂ ਦਿੰਦੇ, ਟਿਕਣਾ ਇਹ ਆਪ ਨਹੀਂ ਚਾਹੁੰਦਾ, ਟਿਕਣ ਇਹਨਾਂ ਨੂੰ ਨਹੀਂ ਦਿੰਦਾ। ਨਾ ਆਪ ਸਿਮਰਨ ਕਰਦਾ, ਨਾ ਇਹਨਾਂ ਨੂੰ ਕਰਨ ਦਿੰਦਾ। ਇਹ ਤਾਂ ਹੁਕਮ ਦੇ ਵਿੱਚ ਨਹੀਂ। ਇਹ ਧਰਮ ਰਾਏ ਚਿਤਰਗੁਪਤ ਕਾਲ, ਇਹ ਮਾਇਆ, ਇਹ ਕਾਮ ਕ੍ਰੋਧ ਲੋਭ ਮੋਹ ਹੰਕਾਰ, ਇਹ ਸਾਰੇ ਹੁਕਮ ਦੇ ਵਿੱਚ। ਸਿਰਫ ਇਹਨਾਂ ਦੀਆਂ ਡਿਊਟੀਆਂ ਲਾਈਆਂ ਵੀ ਤੁਸੀਂ ਆਹ ਡਿਊਟੀ ਹੈ ਤੁਹਾਡੀ, ਤੁਸੀਂ ਇਹ ਡਿਊਟੀ ਨਿਭਾਉਣੀ ਹੈ। ਉਹ ਆਪਦੀ ਡਿਊਟੀ 'ਚ ਬਿਲਕੁਲ ਵੀ ਕੋਤਾਹੀ ਨਹੀਂ ਕਰਦੀ। ਉਹ ਆਪਣੀ ਡਿਊਟੀ ਪੂਰੀ ਇਮਾਨਦਾਰੀ ਦੇ ਨਾਲ ਨਿਭਾਉਂਦੇ ਨੇ। ਜੋ ਮਾਲਕ ਨੇ ਲਾਈ ਡਿਊਟੀ ਉਹਨਾਂ ਦੀ, ਉਹ ਪੂਰੀ ਕਰਤੀ। ਮਨ ਦੀ ਜਿਹੜੀ ਡਿਊਟੀ ਲਾਈ, ਮਨ ਨਹੀਂ ਪੂਰੀ ਕਰਦਾ। ਮਨ ਹੁਕਮ ਤੋਂ ਆਕੀ ਹੋ ਜਾਂਦਾ। ਇਹ ਦੋਸ਼ ਇਹਨਾਂ ਨੂੰ ਦਿੰਦਾ, ਦੂਜਿਆਂ ਨੂੰ। ਤਾਈਓ ਫਿਰ ਮਨ ਨੂੰ ਸਜ਼ਾ ਮਿਲਦੀ ਵੀ ਤੈਨੂੰ ਬਣਾਇਆ ਤਾਂ ਰਾਜਾ ਸੀ, ਉੱਥੇ ਜਾ ਕੇ ਕਿਉਂ ਗਾਫਲ ਹੋਇਆ, ਕਿਉਂ ਉੱਥੇ ਜਾ ਕੇ ਸੁੱਤਾ। ਤੂੰ ਆਪ ਤਾਂ ਸੁੱਤਾ ਹੀ, ਤੇਰੇ ਕਰਕੇ ਕਿੰਨੀ ਪ੍ਰਜਾ ਸੀ ਜਿਹੜੀ ਉਹ ਦੁਖੀ ਹੋਈ। ਜੇ ਤੂੰ ਜਾਗਦਾ ਰਹਿੰਦਾ, ਤੂੰ ਹਲੀਮੀ ਰਾਜ ਕਰਦਾ, ਤੂੰ ਆਪ ਵੀ ਮੁਕਤ ਹੁੰਦਾ, ਆਪ ਵੀ ਅਮਰ ਹੁੰਦਾ, ਤੇ ਤੇਰੀ ਸਾਰੀ ਨਗਰੀ ਅਮਰ ਹੋ ਜਾਂਦੀ। ਹੁਣ ਤਾਂ ਕਰਕੇ ਫਿਰ ਮਨ ਨੂੰ ਸਜ਼ਾ ਮਿਲਦੀ ਫਿਰ ਵੀ ਤੈਨੂੰ ਬਣਾਇਆ ਰਾਜਾ ਸੀ, ਤੂੰ ਉੱਥੇ ਜਾ ਕੇ ਕਿਉਂ ਗਾਫਲ ਹੋਇਆ, ਕਿਉਂ ਸੁੱਤਾ।
ਤਾਈਆਂ ਹੁਣ ਮਨ ਨੂੰ ਸਮਝਾਉਂਦੇ ਵੀ ਤੂੰ ਗਾਫਲ ਹੋ ਕੇ ਸੁੱਤਾ ਨਾ ਰਹਿ, ਹਜੇ ਵੀ ਜਾਗ ਪਾ। ਜੇ ਤੂੰ ਇਸੇ ਤਰ੍ਹਾਂ ਹੀ ਗਾਫਲ ਹੋ ਕੇ ਸੁੱਤਾ ਰਿਹਾ ਤੇ ਫਿਰ ਤੇਰਾ ਇਹ ਜੀਵਨ ਹੈ ਜਿਹੜਾ ਇਹ ਵਿਅਰਥ ਚਲਾ ਜਾਏਗਾ, ਤੂੰ ਜੀਵਨ ਦਾ ਲਾਹਾ ਨਹੀਂ ਖੱਟ ਸਕੇਗਾ। ਤਾਂ ਮਹਾਰਾਜ ਕਹਿੰਦੇ ਆਪ ਮਨ ਜਾਗਤ ਰਹੋ ਰੇ ਭਾਈ, ਗਾਫਲ ਹੋਏ ਕੇ ਜਨਮ ਗਵਾਇਓ, ਚੋਰ ਮੂਸੇ ਕਰ ਜਾਈ। ਵੀ ਜੇ ਤੂੰ ਗਾਫਲ ਹੋ ਗਿਆ ਤੇ ਤੇਰਾ ਜਨਮ ਹੈ ਜਿਹੜਾ ਵਿਅਰਥ ਚਲਾ ਜਾਣਾ। ਗਾਫਲ ਹੋ ਕੇ ਸੌ ਨਾ, ਤੂੰ ਜਾਗ ਤੇ ਜਾ ਕੇ ਆਪਦੇ ਘਰ ਜਾ, ਘਰ ਜਾ ਕੇ ਸੁੱਖ ਲੈ, ਆਨੰਦ ਲੈ, ਰਾਜ ਕਰ। ਹੁਣ ਉਹਦੇ ਵਾਸਤੇ ਫਿਰ ਇਹ ਆਪਾਂ ਸਿਮਰਨ ਕਰਦੇ ਹਾਂ, ਉਹਦੇ ਵਾਸਤੇ ਸਤ ਸੰਗਤ ਕਰਦੇ ਹਾਂ ਵੀ ਤਾਂ ਕਿ ਸਾਡੇ ਮਨ ਨੂੰ ਸੋਝੀ ਆ ਜੇ, ਇਹਨੂੰ ਗਿਆਨ ਹੋ ਜੇ, ਇਹਨੂੰ ਭੇਤ ਆ ਜੀ ਆਪਦੇ ਘਰ ਦਾ। ਬਈ ਜੇ ਇਹਨੂੰ ਆਪਦੇ ਘਰ ਦਾ ਭੇਤ ਆ ਜੇਗਾ, ਆਪਦੇ ਘਰ 'ਚ ਵਸੇਗਾ, ਨਾਲੇ ਇਹ ਸੁਖੀ ਨਾਲੇ ਵਰਜਾ ਸੁਖੀ। ਤੇ ਜੇ ਹੁਣ ਰਾਜਾ ਹੀ ਦੁਖੀ ਹੈ ਤੇ ਪਰਜਾ ਨੇ ਤਾਂ ਆਪ ਹੀ ਦੁਖੀ ਹੋਣਾ ਹੀ ਹੋਣਾ। ਤੇ ਇਸ ਵਾਸਤੇ ਫਿਰ ਮਨ ਨੂੰ ਸਮਝਾਉਂਦੇ ਵੀ ਤੂੰ ਘਰੇ ਰਹਿ, ਘਰ ਰਹੋ ਰੇ ਮਨ ਮੁਗਧ ਆਣੇ। ਵੀ ਤੂੰ ਆਪਦੇ ਘਰ ਦੇ ਵਿੱਚ ਰਹਿੰਦਾ ਕਾਹਤੋਂ ਨਹੀਂ, ਤੂੰ ਆਪਦੇ ਘਰ 'ਚ ਕਿਉਂ ਨਹੀਂ ਵਸਦਾ। ਜੇ ਤੂੰ ਆਪਦੇ ਘਰ 'ਚ ਰਵੇਂ ਤੇ ਸਾਰਾ ਕੁਛ ਤੇਰੇ ਮਤਹਿਤ ਚੱਲੇ। ਇਹ ਦਰ 'ਤੇ ਖੜੇ ਹੁੰਦੇ ਕਾਮ ਕ੍ਰੋਧ ਲੋਭ ਹੰਕਾਰ, ਇਹ ਨੌਕਰ ਬਣ ਕੇ ਚੱਲਦੇ। ਫਿਰ ਜਦੋਂ ਹੁਣ ਇੱਧਰ ਆ ਕੇ ਇਹਨਾਂ 'ਤੇ ਕਬਜ਼ਾ ਕਰਦਾ, ਇਹੋ ਲੜਾਈ, ਇਹੋ ਝਗੜਾ। ਇਹ ਹੈ ਦੇਸ਼ ਇਹਨਾਂ ਦਾ ਤੇ ਅਸੀਂ ਇਹਨਾਂ ਦੇ ਦੇਸ਼ ਦੇ ਵਿੱਚ ਆ ਕੇ ਅਸੀਂ ਇਹਨਾਂ ਦੀਆਂ ਚੀਜ਼ਾਂ 'ਤੇ ਕਬਜ਼ਾ ਕਰਦੇ। ਤੇ ਫਿਰ ਤਾਂ ਝਗੜਾ ਹੋਏਗਾ ਹੀ, ਲੜਾਈ ਹੋਏਗੀ। ਇਹੋ ਝਗੜਾ, ਇਹੋ ਲੜਾਈ ਇਹਨਾਂ ਦੇ ਨਾਲ। ਜੇ ਹੁਣ ਅਸੀਂ ਸਿੱਧਾ ਹੀ ਆਪਦੇ ਘਰ ਆਈਏ, ਘਰ ਆ ਕੇ ਜੇ ਇੱਧਰ ਆਉਣਾ ਵੀ ਮਾਲਕ ਸਾਨੂੰ ਭੇਜਦਾ ਕਿਰਤ ਕਰਨ ਵਾਸਤੇ, ਅਸੀਂ ਜਿਹੜੀ ਕਿਰਤ ਸਾਨੂੰ ਦਿੱਤੀ ਉਹ ਕਰੀਏ ਤੇ ਅਸੀਂ ਆਪਦੇ ਘਰ ਵਾਪਸ ਚਲੇ ਜਾਈਏ ਤੇ ਅਸੀਂ ਇੱਧਰ ਰੁਕੀਏ ਨਾ ਬਹੁਤਾ ਸਮਾਂ ਤੇ ਸਾਨੂੰ ਕੁਛ ਨਹੀਂ ਕਹਿੰਦੇ। ਉਦੋਂ ਕਹਿੰਦੇ ਜਦੋਂ ਅਸੀਂ ਜਿਹੜਾ ਕਰਮ ਦਿੱਤਾ ਉਹ ਤਾਂ ਕਰਦੇ ਨਹੀਂ ਤੇ ਖੇਤ ਨੂੰ ਆਪਦਾ ਸਮਝਦੇ ਆ ਤੇ ਇਹਦੇ 'ਤੇ ਕਬਜ਼ਾ ਕਰਦੇ ਵੀ ਮੇਰਾ। ਮਹਾਰਾਜ ਕਹਿੰਦੇ ਵੀ ਜਦੋਂ ਮਨ ਅਗਿਆਨਤਾ ਵਸ ਹੋ ਜਾਂਦਾ, ਇੰਨਾ ਵੈਰ ਵਿਰੋਧ 'ਚ ਚਲਾ ਜਾਂਦਾ, ਇਹ ਸਮਝਦਾ ਵੀ ਆਹ ਸਰੀਰ ਮੇਰਾ, ਇਹਨੂੰ ਧਰਤੀ ਕਹਿੰਦੇ ਖੇਤ, ਇਹਨੂੰ ਤਾਂ ਆਪਦਾ ਸਮਝਦੇ। ਫਿਰ ਇਹ ਜਿਹੜੀ ਧਰਤੀ ਭੂਮ, ਇਹਨੂੰ ਵੀ ਆਪਦੀ ਸਮਝਦੇ ਵੀ ਇਹ ਮੇਰੀ ਜ਼ਮੀਨ ਹੈ। ਮੇਰੇ ਘਰ ਦੇ ਵਿੱਚ, ਮੇਰੀ ਜ਼ਮੀਨ ਦੇ ਵਿੱਚ ਕੋਈ ਪੈਰ ਰੱਖ ਕੇ ਦਿਖਾਵੇ ਕਿਵੇਂ ਰੱਖਦਾ। ਮਹਾਰਾਜ ਕਹਿੰਦੇ ਕੀ ਕਹਿੰਦਾ, ਹਉ ਸਾਧੂ ਹਉ ਬਾਂਧੂ ਬੈਰ, ਹਮਰੀ ਭੂਮ ਕੌਣ ਘਾਲੇ ਪੈਰ। ਇਹ ਕਹਿੰਦਾ ਮੇਰੀ ਆ, ਕੋਈ ਪੈਰ ਰੱਖ ਕੇ ਦਿਖਾਵੇ। ਤੇ ਇਹੀਓ ਝਗੜਾ ਹੁਣ ਹੈ, ਇਹਦੀ ਹੈ ਨਹੀਂ। ਅਸੀਂ ਆਖਾਂਗੇ ਸਾਡੀ ਹੈ ਤੇ ਉਹ ਝਗੜਾ ਤਾਂ ਹੋਏਗਾ ਹੀ ਹੋਏਗਾ, ਫਿਰ ਉਹ ਟਿਕਣ ਨਹੀਂ ਦੇਣਗੇ ਸਾਨੂੰ। ਸੋ ਇਸ ਵਾਸਤੇ ਫਿਰ ਆਪਾਂ ਨੂੰ ਸੱਚੇ ਪਾਤਸ਼ਾਹ ਨੇ ਜੀਵਨ ਦੀ ਜਾਚ ਸਿਖਾਈ ਹੋਈ ਬਈ ਇਹ ਰੋਜ਼ ਦੀ ਰੋਜ਼ ਦਾ ਖੇਲ ਹੈ। ਦਿਨੇ ਅਸੀਂ ਆਉਣਾ, ਇੱਥੇ ਆ ਕੇ ਜਦੋਂ ਅਸੀਂ ਆਉਂਦੇ ਸਾਡੀਆਂ ਡਿਊਟੀਆਂ ਬਦਲਦੀਆਂ ਰਹਿੰਦੀਆਂ। ਵੀ ਕਿਤੇ ਸਾਡੀ ਡਿਊਟੀ ਲੱਗਦੀ ਵੀ ਤੁਸੀਂ ਖਿਡਾਰੀ ਬਣ ਕੇ ਚੱਲੇ ਹੋ, ਜਾ ਕੇ ਉੱਥੇ ਖੇਡਣ। ਜਦੋਂ ਅਸੀਂ ਖਿਡਾਰੀ ਬਣ ਕੇ ਆਉਂਦੇ ਅਸੀਂ ਆਪਦਾ ਸਿਮਰਨ ਕੀਤੀ ਜਾਣਾ, ਨਾਲ ਨਾਲ ਜੋ ਕਿਰਤ ਕਰਨੀ ਕਰਮ ਉਹ ਕੀਤੀ ਜਾਣ। ਤੇ ਖੇਲ ਸੀ ਵਿਚਾਰਾਂ ਦਾ। ਅਸੀਂ ਜਦੋਂ ਕਿਸੇ ਨਾਲ ਵਿਚਾਰਾਂ ਦਾ ਟਕਰਾਅ ਹੀ ਨਹੀਂ ਕੀਤਾ, ਕਿਸੇ ਨਾਲ ਦੁਬਧਾ ਆਉਣੀ ਨਹੀਂ ਦਿੱਤੀ ਮਨ 'ਚ, ਤੇ ਅਸੀਂ ਖੇਲ ਨੂੰ ਜਿੱਤ ਕੇ ਚਲੇ ਜਾਂਦੇ ਹਾਂ ਵਾਪਸ। ਕਿਤੇ ਡਿਊਟੀ ਲੱਗਦੀ ਵੀ ਤੁਸੀਂ ਮਹਿਮਾਨ ਬਣ ਕੇ ਜਾਣਾ ਹੈ,
ਪ੍ਰਾਹੁਣਚਾਰੀ ਰੂਪ ਦੇ ਵਿੱਚ ਉੱਥੇ ਜਾ ਕੇ ਦੇਖਣਾ, ਕਿਸੇ ਚੀਜ਼ ਤੇ ਜਾ ਕੇ ਹੱਕ ਨਹੀਂ ਜਤਾਉਣਾ, ਕਿਉਂਕਿ ਤੁਸੀਂ ਪ੍ਰਾਹੁਣੇ ਬਣ ਕੇ ਚੱਲੇ ਵੀ ਉਸੇ ਖੁਸ਼ੀ ਖੁਸ਼ੀ ਰਹਿਣਾ ਤੇ ਵਾਪਸ ਆ ਜਾ। ਤੇ ਗੁਰਮੁਖ ਪ੍ਰਾਹੁਣਚਾਰੀ ਰੂਪ ਦੇ ਵਿੱਚ ਆ ਜਾਂਦੇ ਸੀ। ਜਿੰਨਾ ਸਮਾਂ ਇੱਧਰ ਰਹਿੰਦੇ ਖੁਸ਼ੀ ਖੁਸ਼ੀ ਰਹਿੰਦੇ, ਕਿਸੇ ਚੀਜ਼ ਤੇ ਆਪਦਾ ਹੱਕ ਨਹੀਂ ਜਤਾਉਂਦੇ, ਕਿਉਂਕਿ ਉਹਨਾਂ ਨੂੰ ਪਤਾ ਵੀ ਅਸੀਂ ਕਿਹੜਾ ਇੱਥੇ ਰਹਿਣਾ, ਅਸੀਂ ਤਾਂ ਆਪਦੇ ਘਰ ਨੂੰ, ਆਪਦੇ ਦੇਸ਼ ਨੂੰ ਵਾਪਸ ਜਾਣਾ। ਜਦੋਂ ਇੱਥੋਂ ਵਾਪਸ ਜਾਂਦੇ ਆਪਦੇ ਆਪ ਨੂੰ ਮਹਿਮਾਨ ਸਮਝੇ ਅਤੇ ਦਰਗਾਹ 'ਚ ਗਿਆਨ ਮਾਣ ਮਿਲਦਾ ਵੀ ਇਹਨਾਂ ਨੇ ਉੱਥੇ ਗਏ ਸੀ ਮਹਿਮਾਨ ਬਣ ਕੇ, ਮਹਿਮਾਨ ਬਣ ਕੇ ਰਹੇ। ਉੱਥੇ ਜਾ ਕੇ ਇਹਨਾਂ ਨੇ ਕੋਈ ਝਗੜਾ ਨਹੀਂ ਕੀਤਾ, ਕਿਸੇ ਵਸਤੂ ਤੇ ਇਹਨਾਂ ਨੇ ਜਾ ਕੇ ਆਪਦਾ ਹੱਕ ਨਹੀਂ ਜਮਾਇਆ ਉੱਥੇ ਵੀ ਸਾਡੀ। ਤੇ ਇਸ ਲਈ ਮਹਾਰਾਜ ਕਹਿੰਦੇ ਗੁਰ ਪ੍ਰਸ਼ਾਦੀ ਜਾਣੇ ਮਹਿਮਾਨ, ਤਾਂ ਕਿਛ ਦਰਗਾਹ ਪਾਵੇ ਮਾਣ। ਵੀ ਜੇ ਅਸੀਂ ਆਪਦੇ ਆਪ ਨੂੰ ਮਹਿਮਾਨ ਸਮਝਾਂਗੇ, ਜਦੋਂ ਦਰਗਾਹ 'ਚ ਜਾਵਾਂਗੇ ਸਾਨੂੰ ਮਾਣ ਮਿਲੇਗਾ। ਫਿਰ ਕਿਤੇ ਡਿਊਟੀ ਲੱਗਦੀ ਗੁਰਮੁਖਾਂ ਦੀ ਵੀ ਤੁਸੀਂ ਵਪਾਰੀ ਬਣ ਕੇ ਜਾਓ, ਉੱਥੇ ਜਾ ਕੇ ਵਣਜ ਕਰਨਾ, ਵਪਾਰ ਕਰਨਾ। ਤੇ ਗੁਰਮੁਖ ਵਪਾਰੀ ਬਣ ਕੇ ਆ ਜਾਂਦੇ। ਉਹ ਇੱਥੇ ਆ ਕੇ ਫਿਰ ਸ਼ਬਦ ਦਾ ਲੰਗਰ ਲਾ ਦਿੰਦੇ, ਮਾਲਕ ਦੀ ਸਿਫਤ ਸਲਾਹ ਕਰਦੇ, ਵਡਿਆਈ ਕਰਦੇ, ਸਾਨੂੰ ਨਾਮ ਦਾ ਭੇਦ ਦਿੰਦੇ, ਆਪਣੇ ਘਰ ਦਾ ਭੇਦ ਦਿੰਦੇ, ਸਾਨੂੰ ਦੱਸਦੇ ਵੀ ਅਸੀਂ ਕਿਵੇਂ ਸਿਮਰਨ ਕਰਨਾ, ਕਿਵੇਂ ਚਿੱਤ ਲਾਉਣਾ ਮਾਲਕ ਦੇ ਨਾਲ। ਇਹਨੂੰ ਫਿਰ ਕਹਿੰਦੇ ਵਣਜ ਕਰਨਾ, ਵਪਾਰ ਕਰਨਾ। ਬਈ ਸਵਾਸਾਂ ਦਾ ਧਨ ਸਾਰਿਆਂ ਦਾ ਜਮ੍ਹਾਂ ਕਰਾ ਦੇਣਾ ਖੇਪ ਦੇ ਰੂਪ ਦੇ ਵਿੱਚ, ਜਿਹਨੂੰ ਮਹਾਰਾਜ ਕਹਿੰਦੇ ਵਣਜ ਕਰੋ ਵਣਜਾਰਿਓ, ਵੱਖਰ ਲਿਓ ਸੰਭਾਲ। ਐਸੀ ਵਸਤ ਵਸਾਈਏ ਜੈਸੀ ਨਿਭੇ ਨਾਲ, ਅੱਗੇ ਸੌ ਸੁਜਾਨ ਹੈ ਲੈਸੀ ਵਸ ਸੰਭਾਲ। ਭਾਈ ਰੇ ਰਾਮ ਕਹੋ ਚਿੱਤ ਲਾਏ। ਉਹ ਫਿਰ ਸਾਨੂੰ ਦੱਸਦੇ ਵੀ ਕਿਵੇਂ ਅਸੀਂ ਚਿੱਤ ਲਾ ਕੇ ਰਾਮ ਕਹਿਣਾ, ਵਾਹਿਗੁਰੂ ਕਹਿਣਾ, ਕਿਵੇਂ ਅਸੀਂ ਇਹ ਆਪਦਾ ਜਿਹੜਾ ਸਵਾਸ ਨਿਰਗੁਣ ਦੇ ਖਜ਼ਾਨੇ 'ਚ ਜਮ੍ਹਾਂ ਕਰਾਉਣੇ, ਸਵਾਸਾਂ ਨੂੰ, ਦਮਾਂ ਨੂੰ ਸੰਭਾਲਣਾ। ਉਹ ਫਿਰ ਜਦੋਂ ਵਣਜ ਵਪਾਰ ਕਰਦੇ, ਇੱਕ ਜਾਣਾ ਸ਼ਬਦ ਦੀ ਆਪਾਂ ਵਿਚਾਰ ਕਰਦੇ ਹਾਂ ਧਿਆਨ ਨਾਲ, ਬਾਕੀ ਸੁਣਦੇ। ਇਹਨੂੰ ਕਹਿੰਦੇ ਖੇਪ ਦੇ ਰੂਪ ਦੇ ਵਿੱਚ ਸਾਰਿਆਂ ਦਾ ਇਕੱਠਾ ਧਨ ਜਮ੍ਹਾਂ ਹੋ ਜਾ। ਜਿਸ ਵਰਤਾਏ ਮਾਰੇ ਫਰਮਾਉਂਦੇ, ਵੱਖਰ ਨਾਮ ਲਭ ਖੇਪ ਚ ਲਾਵੋ, ਲੈ ਲਾਹਾ ਗੁਰਮੁਖ ਘਰ ਆਵੋ। ਸਤਿਗੁਰ ਸਾਹੋ ਸਿੱਖ ਬਣਜਾਰੇ, ਪੂੰਜੀ ਨਾਮ ਲੇਖਾ ਸਾਚ ਸਵਾਰੀ। ਵੀ ਗੁਰਮੁਖ ਫਿਰ ਜਦੋਂ ਵਪਾਰੀ ਬਣ ਕੇ ਆਉਂਦੇ, ਉਹ ਫਿਰ ਇੱਧਰ ਸ਼ਬਦ ਦੀ ਵਿਚਾਰ ਕਰਦੇ ਰਹਿੰਦੇ, ਸਿਮਰਨ ਕਰਦੇ ਰਹਿੰਦੇ। ਜੇ ਕੋਈ ਮਿਲ ਗਿਆ ਉਹਦੇ ਕੋਲ ਸ਼ਬਦ ਦੀ ਵਿਚਾਰ ਕਰ ਲਈ, ਉਹ ਸਾਰਾ ਦਿਨ ਫਿਰ ਇਸੇ ਤਰ੍ਹਾਂ ਇੱਧਰ ਉਹ ਵਪਾਰ ਕਰਦੇ ਰਹਿੰਦੇ। ਜਦੋਂ ਇੱਥੋਂ ਜਾਣਾ ਤੇ ਲਾਹਾ ਕੱਟ ਕੇ ਜਾਂਦੇ, ਕਿੰਨਾ ਵਪਾਰ ਹੋ ਗਿਆ, ਕਿੰਨਾ ਲਾਹਾ ਹੋ ਗਿਆ। ਸੋ ਇਸ ਵਾਸਤੇ ਫਿਰ ਮਹਾਰਾਜ ਕਹਿੰਦੇ ਵੀ ਇਹ ਇੱਕ ਖੇਲ ਹੈ। ਜੇ ਅਸੀਂ ਇਹ ਖੇਲ ਨੂੰ ਚੰਗੀ ਤਰ੍ਹਾਂ ਸਮਝ ਜਾਈਏ ਵੀ ਰੋਜ਼ ਦਾ ਖੇਲ ਹੈ, ਦਿਨੇ ਅਸੀਂ ਆਉਂਦੇ ਹਾਂ ਅਤੇ ਰਾਤ ਨੂੰ ਅਸੀਂ ਆਪਦੇ ਦੇਸ਼ ਨੂੰ ਵਾਪਸ ਚਲੇ ਜਾਣਾ। ਇੱਥੋਂ ਅਸੀਂ ਕੋਈ ਵਸਤੂ, ਕੋਈ ਚੀਜ਼ ਨਾਲ ਨਹੀਂ ਲਿਜਾ ਸਕਦੇ। ਇੱਥੇ ਕੋਈ ਚੀਜ਼ ਸਾਡੀ ਹੈ ਨਹੀਂ ਹੈ, ਇੱਥੇ ਕੋਈ ਵੀ ਸਾਡੇ ਨਾਲ ਤੋੜ ਨਹੀਂ ਨਿਭਣ ਵਾਲਾ। ਫਿਰ ਅਸੀਂ ਉਹ ਹਿਰਦੇ 'ਚ ਵਸਾਉਂਦੇ ਹਾਂ ਨਾਮ ਨੂੰ, ਵੀ ਜਿਹੜਾ ਸਦਾ ਥਿਰ ਰਹਿਣ ਵਾਲਾ, ਸੱਚ ਨੂੰ ਜੋ ਮਾਲਕ ਸਦਾ ਰਹਿਣ ਵਾਲਾ ਥਿਰ। ਫਿਰ ਅਸੀਂ ਪਰਮਾਤਮਾ ਦੀ ਭਗਤੀ ਨੂੰ ਮਨ 'ਚ ਵਸਾਉਂਦੇ। ਇਹੋ ਸਾਨੂੰ ਮਹਾਰਾਜ ਫਿਰ ਸਮਝਾਉਂਦੇ, ਨਿਜ ਘਰ ਦੇਖਿਓ ਜਗਤ ਮੈਂ, ਕੋ ਕਾਹੂ ਕੋ ਨਾਹੀ। ਨਾਨਕ ਥਿਰ ਹਰ ਭਗਤ ਹੈ, ਤਹਿ ਰਾਖੋ ਮਨ ਮਾਹੀ। ਵੀ ਥਿਰਤਾ ਮਾਲਕ ਦੀ ਭਗਤੀ, ਵੀ ਉਹਨੂੰ ਮਨ 'ਚ ਵਸਾਓ,
बाकी इत्थे सारा कुछ इत्थे दा इत्थे ही रह जाना, कोई भी साडे नाल तोड़ निभण वाला नहीं है। संसारी चाहे माता पिता ने वो साडे नाल नहीं जाते उत्थे, जे माता पिता सुत मीत ना भाई, बई जिथे असी जाना उत्थे आ माता पिता संसारी नहीं साडे नाल जाणगे, उत्थे आ भैन भरा धियां पुत्तर ये नहीं साडे नाल जाणगे। उत्थे जिन्हें साडे नाल जाना वो थिर है नाम, वो है भगती। तां महाराज कहते भी वो भगती नूं नाम नूं तुसीं अपने हिरदे च वसाओ, मन च वसाओ, तुसीं सिमरन अभ्यास करो तो इथों जीवन का लाहा खट के वापस जाओ। आओ हुण जो सानूं महाराज कहते भी तुसीं हरि दा जस करो, साडा कहना मान लो भी साडा समा रोज़ दी रोज़ बीतदा जा रहा है। हर जस रे मना गाई ले जो संगी है तेरो, अवसर बीते हो जात है कहा मान ले मेरो। सतगुरु कहते साडा अवसर समा बीतदा जा रहा है भी हुण तुसीं साडा कहना मान लो, हुण सिमरन कर लो। आओ हुण आपां जो सतगुरु सानूं कह रहे उन्हां दा आखे लग के उन्हां दा कहना मन्नीए। आओ सारे गुरमुख प्यारे करो जी शुरू। वाहे गुरु 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 वाहिगुरु जी का खालसा
ਵਾਹਿਗੁਰੂ ਜੀ ਕੀ ਫਤਿਹ। ਇਸ ਤਰੀਕੇ ਨਾਲ ਗੁਰਮੁਖ ਪਿਆਰਿਓ ਹੁਣੇ ਆਪਾਂ ਵੱਧ ਤੋਂ ਵੱਧ ਬਹਿੰਦੇ ਉੱਠਦੇ ਕੰਮ ਕਰਦੇ ਇਸ ਸਿਮਰਨ ਅਭਿਆਸ ਕਰਨਾ। ਮਹਾਰਾਜ ਫਰਮਾਉਂਦੇ ਨੇ ਸਦਾ ਸਦਾ ਸਿਮਰ ਦਿਨ ਰਾਤ, ਉਠਤ ਬੈਠਤ ਸਾਸ ਵਿਰਾਸ। ਵੀ ਉੱਠਦੇ ਬਹਿੰਦੇ ਜਾਗਦੇ ਸੌਂਦੇ ਇਹ ਅਸੀਂ ਸਿਮਰਨ ਕਰਨਾ। ਗੁਰਬਾਣੀ ਗੁਰੂ ਨੂੰ ਜਦੋਂ ਆਪਾਂ ਪੜ੍ਹਦੇ ਹਾਂ ਸਹਿਜ ਦੇ ਨਾਲ ਵਿਚਾਰਨਾ, ਪਹਿਲਾਂ ਸਿਮਰਨ ਕਰਨਾ, ਮਨ ਨੂੰ ਵਿਚਾਰਾਂ ਤੋਂ ਰਹਿਤ ਕਰਨਾ, ਜਾਗਤ ਅਵਸਥਾ 'ਚ ਲੈ ਕੇ ਆਉਣਾ ਅਤੇ ਫਿਰ ਅਸੀਂ ਗੁਰਬਾਣੀ ਗੁਰੂ ਨੂੰ ਪੜ੍ਹਨਾ। ਪਹਿਲਾਂ ਜਦੋਂ ਅਸੀਂ ਸਿਮਰਨ ਕਰ ਲਾਂਗੇ ਮਨ ਵਿਚਾਰਾਂ ਤੋਂ ਰਹਿਤ ਹੋ ਜਾਏਗਾ, ਫਿਰ ਗੁਰਬਾਣੀ ਨੂੰ ਪੜ੍ਹਾਂਗੇ, ਸਾਡਾ ਮਨ ਪਾਸੇ ਨਹੀਂ ਜਾਏਗਾ। ਫਿਰ ਜਦੋਂ ਸਾਡਾ ਮਨ ਪਾਸੇ ਨਹੀਂ ਜਾਏਗਾ ਸਾਨੂੰ ਗੁਰਬਾਣੀ ਗੁਰੂ 'ਚੋਂ ਰਸ ਆਏਗਾ, ਕਿਉਂਕਿ ਸਾਰੀ ਗੁਰਬਾਣੀ 'ਚ ਅੰਮ੍ਰਿਤ। ਮਹਾਰਾਜ ਫਰਮਾਉਂਦੇ ਬਾਣੀ ਗੁਰੂ, ਗੁਰੂ ਹੈ ਬਾਣੀ, ਵਿੱਚ ਬਾਣੀ ਅੰਮ੍ਰਿਤ ਸਾਰੀ। ਇਸ ਲਈ ਹੁਣ ਆਪਾਂ ਗੁਰਬਾਣੀ ਗੁਰੂ ਨੂੰ ਪੜ੍ਹ ਕੇ ਵਿਚਾਰਨਾ, ਖੋਜਣਾ, ਤਾਂ ਕਿ ਸਾਡਾ ਮਨ ਪਾਸੇ ਨਾ ਜਾਵੇ। ਅਤੇ ਵੱਧ ਤੋਂ ਵੱਧ ਆਪਾਂ ਸਤ ਸੰਗਤ ਕਰਨੀ ਹੁੰਦੀ। ਇਹ ਜੋ ਸਾਰਾ ਭੇਦ ਗੁਰਬਾਣੀ ਗੁਰੂ ਦੁਆਰਾ ਆਪਾਂ ਨੂੰ ਦਿੱਤਾ ਮਹਾਂਪੁਰਖਾਂ ਨੇ, ਭਾਈ ਸਾਹਿਬ ਭਾਈ ਸੇਵਾ ਸਿੰਘ ਜੀ ਧਰਮਾਲਾ, ਉਸੇ ਗਿਆਨ ਨੂੰ ਆਪਾਂ ਰੋਜ਼ ਦ੍ਰਿੜ ਕਰਦੇ ਹਾਂ ਵੀ ਤਾਂ ਕਿ ਸਾਡੇ ਹਿਰਦੇ 'ਚ ਵਸ ਜੇ, ਆਪਾਂ ਨੂੰ ਵੀ ਸੋਝੀ ਆ ਜੇ। ਜੋ ਸਤਿਗੁਰੂ ਆਪਾਂ ਨੂੰ ਇਹ ਉਪਦੇਸ਼ ਦਿੰਦੇ, ਆਪਣਾ ਮਨ ਇਹ ਉਪਦੇਸ਼ ਨੂੰ ਮੰਨ ਲਵੇ, ਇਹਨੂੰ ਕਮਾ ਲਵੇ, ਇਹਨੂੰ ਭਰੋਸਾ ਆ ਜੇ, ਇਹਨੂੰ ਪ੍ਰਤੀਤ ਆ ਜੇ ਮਾਲਕ 'ਤੇ। ਸੋ ਇਸ ਵਾਸਤੇ ਹੁਣ ਇਹ ਆਪਾਂ ਵੱਧ ਤੋਂ ਵੱਧ ਸਤ ਸੰਗਤ ਕਰਨੀ। ਸੋ ਇੰਨੀਆਂ ਬੇਨਤੀਆਂ ਨੇ। ਇੰਨੇ ਵਿਚਾਰ ਕਰਦਿਆਂ ਹੋਇਆਂ ਜੇ ਕੋਈ ਐਸਾ ਸ਼ਬਦ ਬੋਲਿਆ ਗਿਆ ਹੋਵੇ, ਸੰਗਤ ਅਤੇ ਸਤਿਗੁਰੂ ਬਖਸ਼ਣਯੋਗ ਨੇ, ਬਖਸ਼ ਲੈਣਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ।